ਕਿ ਕੁੰਵਰ ਵਿਜੇ ਪ੍ਰਤਾਪ ਜੀ ਕੰਟਰੋਵਰਸੀ ਦੇ ਵਿੱਚ ਰਹਿੰਦੇ ਰਹੇ ਆ, ਉਹਨਾਂ ਦੀ ਨੌਕਰੀ ਜਿਹੜੀ ਆ ਉਹ ਕੰਟਰੋਵਰਸ਼ੀਅਲ ਰਹੀ ਹੈ। ਇਹ नहीं देखो सवाल ਤੁਹਾਡਾ मतलब बिल्कुल ठीक है कि मानयोग हाई कोर्ट ਵੱਲੋਂ ਸਰਕਾਰਾਂ ਵੱਲੋਂ ਡੀਜੀਪੀ ਪੰਜਾਬ ਵੱਲੋਂ ਜ਼ਿਆਦਾਤਰ ਆਪਣੀ ਡਿਊਟੀ ਤੋਂ ਇਲਾਵਾ ਮੇਰੇ ਕੋਲ ਜੋ ਹਾਈ ਪ੍ਰੋਫਾਈਲ ਕੇਸ ਆਉਂਦੇ ਸੀ ਉਹ ਹਮੇਸ਼ਾ ਕੰਟਰੋਵਰਸੀ ਦੇ ਵਿੱਚ अपना कदम रख रहे हो। केस ऑलरेडी कंट्रोवर्शियल है तो कंट्रोवर्सी तो आओगी ही आओगी। वो होर चैलेंजिंग हो जाता है कि कंट्रोवर्सी तो दूर रह के भावें देखो दूजे कहणगे ये कंट्रोवर्शियल ने या कंट्रोवर्सी दे विच मेरिट ते इन्वेस्टिगेशन कर जो राहुल गांधी जी दी लीडरशिप क्वालिटी है ਜਾਂ जो क्यों मैं उन्हां नूं लीडर नहीं मानदा क्योंकि उन्हां दे अंदर लीडरशिप क्वालिटी नहीं। मैं एक सीरीयस गल मतलब ਤੁਹਾਨੂੰ ਦੱਸਣਾ ਚਾਹੂੰਗਾ ਕਿ 2013 ਦੇ ਵਿੱਚ ਜਦੋਂ ਅਦਾਲਤ ਦਾ ਸੁਪਰੀਮ ਕੋਰਟ ਦਾ ਲਿਲੀ ਥੋਮਸ ਦਾ ਫੈਸਲਾ ਆ ਗਿਆ, ਠੀਕ ਹੈ, ਉਸ ਤੋਂ ਬਾਅਦ ਕਾਂਗਰਸ ਲੀਡਰਸ਼ਿਪ ਨੇ ਇਹ ਡਿਸਾਈਡ ਕੀਤਾ ਕਿ ਉਸ ਫੈਸਲੇ ਨੂੰ ਨਜ਼ਰਅੰਦਾਜ਼ ਕਰਨ ਵਾਸਤੇ ਇੱਕ ਕਾਨੂੰਨ ਬਣਾ ਦਿੱਤਾ ਜਾਵੇ ਪਾਰਲੀਮੈਂਟ ਦੇ ਵਿੱਚ ਕਿ ਜੋ ਪੁਰਾਣਾ ਕਾਨੂੰਨ ਸੀਗਾ ਉਸ ਨੂੰ ਦੁਬਾਰਾ ਪਾਸ ਕਰ ਦਿੱਤਾ ਜਾਵੇ ਤਾਂ ਜੋ ਮਾਨਯੋਗ ਸੁਪਰੀਮ ਕੋਰਟ ਦਾ ਜਿਹੜਾ ਫੈਸਲਾ ਹੈ ਉਹਦਾ ਅਸਰ ਨਾ ਪਵੇ। ਡਾਕਟਰ ਮਨਮੋਹਨ ਸਿੰਘ ਪ੍ਰਾਈਮ ਮਿਨਿਸਟਰ ਹੁੰਦੇ ਸਨ। ਉਹਦਾ ਇਹ ਕਿਹਾ ਜਾ ਰਿਹਾ ਸੀ ਕਿ ਲਾਲੂ ਯਾਦਵ ਜੀ ਦੇ ਦਬਾਅ ਹੇਠ ਸੋਨੀਆ ਗਾਂਧੀ ਜੀ ਇਹ ਆਰਡੀਨੈਂਸ ਦੇ ਰਾਹੀਂ ਅਧਿਆਦੇਸ਼ ਦੇ ਰਾਹੀਂ ਉਹ ਕਾਨੂੰਨ ਲਾਗੂ ਕਰਵਾ ਰਹੇ। ਠੀਕ, ਡਾਕਟਰ ਮਨਮੋਹਨ ਸਿੰਘ ਜੀ ਪ੍ਰਾਈਮ ਮਿਨਿਸਟਰ ਹੁੰਦੇ ਸੀਗੇ। ਫੈਸਲਾ ਤਾਂ ਕੀਤਾ ਕਾਂਗਰਸ ਲੀਡਰਸ਼ਿਪ ਨੇ। ਜਦੋਂ ਆਰਡੀਨੈਂਸ ਤਿਆਰ ਹੋ ਗਿਆ, ਆਰਡੀਨੈਂਸ ਦੇ ਉੱਤੇ ਐਸੇ ਹੀ ਪਬਲਿਕ ਦੇ ਵਿੱਚ ਜਦੋਂ ਬਹਿਸ ਚੱਲ ਰਹੀ ਸੀ ਤੇ ਇੱਕ ਦਿਨ ਰਾਹੁਲ ਗਾਂਧੀ ਜੀ ਨੇ ਕੀ ਕੀਤਾ ਕਿ ਆਰਡੀਨੈਂਸ ਦੀ ਕਾਪੀ ਲੈ ਕੇ ਪ੍ਰੈਸ ਕਲੱਬ ਦਿੱਲੀ ਦੇ ਵਿੱਚ ਉਹਨੂੰ ਪਾੜ ਕੇ ਤੇ ਇਸ ਤਰੀਕੇ ਦੇ ਨਾਲ ਪੈਰਾਂ ਦੇ ਨਾਲ ਕੁਚਲ ਦਿੱਤਾ ਤੇ ਫਿਰ ਅੱਗ ਲਗਾ ਦਿੱਤੀ। ਦੁੱਖ ਕਿਸ ਨੂੰ ਹੋਇਆ? ਡਾਕਟਰ ਮਨਮੋਹਨ ਸਿੰਘ ਜੀ। ਉਦੋਂ ਜੋ ਮੈਨੂੰ ਪਤਾ ਲੱਗਿਆ ਉਦੋਂ ਕਿ ਉਹਨਾਂ ਨੇ ਡਾਕਟਰ ਮਨਮੋਹਨ ਸਿੰਘ ਜੀ ਨੇ ਇਸਤੀਫੇ ਦੀ ਪੇਸ਼ਕਸ਼ ਕਰ ਦਿੱਤੀ ਸੀ। ਠੀਕ ਹੈ ਕਿ ਨਹੀਂ? ਕਿਉਂਕਿ ਉਹਨਾਂ ਦੇ ਮਨ ਦੇ ਵਿੱਚ ਦੁੱਖ ਹੋਇਆ। ਇੱਕ ਦੇਖੋ ਇਮੈਚੁਰ ਜੇਕਰ ਠੀਕ ਹੈ ਆਰਡੀਨੈਂਸ ਤੁਹਾਨੂੰ ਮਤਲਬ ਠੀਕ ਨਹੀਂ ਲੱਗ ਰਿਹਾ ਹੈ, ਤੁਸੀਂ ਆਪਣੀ ਪਾਰਟੀ ਦੇ ਅੰਦਰ ਵਿਚਾਰ ਕਰੋ, ਉੱਥੇ ਤੁਸੀਂ ਕਹੋ ਕਿ ਹਾਂ ਜੀ ਆਰਡੀਨੈਂਸ ਨਹੀਂ ਲੈ ਕੇ ਆਉਣਾ ਹੈ। ਪਾਰਟੀ ਲੈਵਲ ਤੇ ਕਰੋ, ਪਬਲਿਕ ਦੇ ਵਿੱਚ ਉਹ ਵੀ ਪ੍ਰੈਸ ਦੇ ਸਾਹਮਣੇ ਪ੍ਰੈਸ ਕਲੱਬ ਦੇ ਵਿੱਚ ਤੁਸੀਂ ਕਹਿ ਰਹੇ ਹੋ ਕਿ ਦਿਸ ਇਜ਼ ਨੌਨਸੈਂਸ, ਦਿਸ ਇਜ਼ ਨੌਨਸੈਂਸ, ਦਿਸ ਇਜ਼ ਨਾਟ ਅ ਲਾਅ, ਦਿਸ ਇਜ਼ ਨੌਨਸੈਂਸ। ਇਸ ਤਰੀਕੇ ਦੀ ਸ਼ਬਦਾਵਲੀ ਉਹਨਾਂ ਨੇ ਇਸਤੇਮਾਲ ਕੀਤੀ। ਇੱਕ ਪ੍ਰਾਈਮ ਮਿਨਿਸਟਰ ਹੈ ਜੀ, ਇੰਟੈਲੈਕਚੁਅਲ ਪ੍ਰਾਈਮ ਮਿਨਿਸਟਰ ਹੈ, ਇੰਟੈਲੈਕਚੁਅਲ ਪ੍ਰਾਈਮ ਮਿਨਿਸਟਰ, ਠੀਕ ਹੈ, ਔਰ ਉਸ ਦੀ ਬੇਇੱਜ਼ਤੀ ਤੁਸੀਂ ਸੜਕ ਸਰੇਆਮ ਕਰ ਰਹੇ ਹੋ। ਬਿਲਕੁਲ ਇਹ ਨੌਨਸੈਂਸ ਹੈ ਜੀ, ਨੌਨਸੈਂਸ। ਇਹੀ ਸ਼ਬਦ ਉਹਨਾਂ ਨੇ ਯੂਜ਼ ਕੀਤਾ ਕਿ ਜੇਕਰ ਉਹ ਆਰਡੀਨੈਂਸ ਪਾਸ ਹੋ ਗਿਆ ਹੁੰਦਾ ਤਾਂ ਰਾਹੁਲ ਗਾਂਧੀ ਨੂੰ ਡਿਸਕੁਆਲੀਫਾਈ ਨਹੀਂ ਹੋਣਾ ਪੈਂਦਾ। ਤੇ ਇਹ ਕਿਹਾ ਜਾਂਦਾ ਹੈ ਨਾ ਕਿ ਮਨੁੱਖ ਆਪਣੇ ਭਾਗਯ ਦਾ ਨਿਰਮਾਤਾ स्वयं ਹੈ। ਬਿਲਕੁਲ। ਤੇ ਉਦੋਂ ਹੀ ਇਹਨਾਂ ਨੇ ਦਿਲ ਦੁਖਾਇਆ ਡਾਕਟਰ ਮਨਮੋਹਨ ਸਿੰਘ ਜੀ ਦਾ ਔਰ ਉਸ ਦਾ ਖਾਮਿਆਜ਼ਾ ਇਹਨਾਂ ਨੂੰ ਅੱਜ ਭੁਗਤਣਾ ਪਿਆ। ਰਾਹੁਲ ਗਾਂਧੀ ਦੀ ਲੋਕ ਸਭਾ ਦੀ ਸਦੱਸਿਅਤਾ ਰੱਦ ਕਰਨ ਤੋਂ ਬਾਅਦ ਬਹੁਤ ਸਾਰੇ ਸਵਾਲ ਉੱਠ ਰਹੇ ਨੇ ਬੀਜੇਪੀ ਦੀ ਸਰਕਾਰ ਦੇ ਉੱਪਰ। ਪੂਰੇ ਦੇਸ਼ ਦੇ ਵਿੱਚ ਜਿਹੜੇ ਸਵਾਲ ਹੋ ਰਹੇ ਆ, ਵੱਖ-ਵੱਖ ਪਾਰਟੀਆਂ ਜਿਹੜੀਆਂ ਰਾਹੁਲ ਗਾਂਧੀ ਦੇ ਹੱਕ ਦੇ ਵਿੱਚ ਆ ਰਹੀਆਂ ਨੇ, ਪਰ ਦੂਜੇ ਪਾਸੇ ਉਹ ਜਿਹੜੀ ਬੀਜੇਪੀ ਹੈ ਉਹ ਇਹ ਗੱਲ ਕਹਿ ਰਹੀ ਹੈ ਕਿ ਇਹ ਕੋਰਟ ਦੇ ਰਾਹੀਂ ਕਾਨੂੰਨ ਦੇ ਮੁਤਾਬਕ ਹੀ ਇਹ ਹੋਇਆ, ਅਸੀਂ ਇਹਦੇ ਵਿੱਚ ਕੁਝ ਨਹੀਂ ਕੀਤਾ। ਪਰ ਦੂਜੇ ਪਾਸੇ ਜਿਹੜੀਆਂ ਵੱਖ-ਵੱਖ ਪਾਰਟੀਆਂ ਨੇ, ਚਾਹੇ ਉਹ ਕਾਂਗਰਸ ਹੈ ਚਾਹੇ ਹੋਰ ਪਾਰਟੀਆਂ ਨੇ, ਇਹ ਗੱਲ ਕਹਿ ਰਹੀਆਂ ਨੇ ਕਿ ਬੀਜੇਪੀ ਜਿਹੜੀ ਆ ਉਹ ਲੋਕਤੰਤਰ ਦਾ ਘਾਣ ਕਰ ਰਹੀ ਹੈ। ਪਰ ਅਸਲੀਅਤ ਦੇ ਵਿੱਚ ਇਹ ਹੈ ਕਿ ਬੀਜੇਪੀ ਸਹੀ ਹੈ ਜਾਂ ਜਿਹੜੇ ਇਲਜ਼ਾਮ ਵਿਰੋਧੀ ਪਾਰਟੀਆਂ ਬੀਜੇਪੀ ਦੇ ਉੱਪਰ ਲਾ ਰਹੀਆਂ ਨੇ ਜਾਂ ਉਹਨਾਂ ਦੇ ਇਲਜ਼ਾਮ ਸਹੀ ਨੇ? ਇਸ ਪੂਰੇ ਮਸਲੇ ਤੇ ਗੱਲਬਾਤ ਕਰਨ ਲਈ ਮੇਰੇ ਨਾਲ ਕਾਨੂੰਨੀ ਮਾਹਰ ਦੇ ਤੌਰ ਤੇ ਕੁੰਵਰ ਵਿਜੇ ਪ੍ਰਤਾਪ ਸਿੰਘ ਜੀ ਹੈ, ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਕਿਉਂਕਿ ਉਹਨਾਂ ਨੇ ਇੱਕ ਕਿਤਾਬ ਵੀ ਜਿਹੜੀ ਐਂਟੀ ਡਿਫੈਕਸ਼ਨ ਲਾਅ ਦੇ ਉੱਪਰ ਜਿਹੜੀ ਹੈ ਉਹ ਲਿਖੀ ਸੀਗੀ ਤੇ ਉਹਨਾਂ ਨਾਲ ਗੱਲਬਾਤ ਕਰਾਂਗੇ ਔਰ ਸਮਝਣ ਦੀ ਕੋਸ਼ਿਸ਼ ਕਰਾਂਗੇ ਕਿ ਇਸ ਪੂਰੇ ਮਾਮਲੇ ਦੀ ਅਸਲ ਸੱਚਾਈ ਹੈ ਕੀ ਹੈ। ਪਹਿਲਾਂ ਸਵਾਗਤ ਕਰਦਾ ਸਰ, ਸਵਾਗਤ ਹੈ ਜੀ ਪ੍ਰੋਗਰਾਮ। ਥੈਂਕ ਯੂ ਸਰ। ਤੁਸੀਂ ਇੱਕ ਕਿਤਾਬ ਵੀ ਜਿਹੜੀ ਹੈ
ਲਿਖੀ ਸੀਗੀ ਇਹ ਤੇ ਐਂਟੀ ਡਿਫੈਕਸ਼ਨ ਲਾਅ ਦੇ ਉੱਪਰ, ਤਾਂ ਤੁਸੀਂ ਇਸ ਚੀਜ਼ ਨੂੰ ਕਿਵੇਂ ਸਮਝਦੇ ਹੋ? ਕਿਉਂਕਿ ਇਹ ਇੱਕ ਰਾਜਨੇਤਾ ਜਾਂ ਤੁਸੀਂ ਫਾਰਮਰ IPS ਦੇ ਸਿਰਫ ਤੌਰ 'ਤੇ ਨਹੀਂ ਮੈਂ ਤੁਹਾਨੂੰ ਇਹ ਸਵਾਲ ਕਰ ਰਿਹਾ, ਤੁਸੀਂ ਕਾਨੂੰਨੀ ਮਾਹਰ ਵੀ ਹੈਗੇ ਹੋ, ਲਾਅ ਦੀ ਵੀ ਤੁਸੀਂ ਪੜ੍ਹਾਈ ਕੀਤੀ ਹੋਈ ਹੈ, ਔਰ ਕਿਤਾਬ ਜਿਹੜੀ ਖਾਸ ਤੌਰ 'ਤੇ ਇਸੇ ਵਿਸ਼ੇ ਨੂੰ ਲੈ ਕੇ ਤੁਸੀਂ ਲਿਖੀ ਹੈ। ਇਹ ਜਿਹੜਾ ਮੁੱਦਾ ਇਸ ਵਕਤ ਪੂਰੇ ਦੇਸ਼ ਦੇ ਵਿੱਚ ਉੱਠਿਆ ਹੋਇਆ, ਰਾਹੁਲ ਗਾਂਧੀ ਦੇ ਜਿਹੜੀ MP ਦੀ ਸਦੱਸਿਅਤਾ ਜਿਹੜੀ ਰੱਦ ਕੀਤੀ ਗਈ ਹੈ ਲੋਕ ਸਭਾ ਦੇ ਵਿੱਚੋਂ, ਉਹਨੂੰ ਤੁਸੀਂ ਕਿਵੇਂ ਦੇਖਦੇ ਹੋ ਪੂਰੀ ਚੀਜ਼ ਨੂੰ? ਦੇਖੋ, ਜਿੱਥੇ ਤੱਕ ਡਿਸਕੁਆਲੀਫਿਕੇਸ਼ਨ ਦਾ ਮੁੱਦਾ ਹੈ, ਡਿਸਕੁਆਲੀਫਿਕੇਸ਼ਨ ਦੇ ਤੁਸੀਂ ਕਈ ਐਸਪੈਕਟ ਹੁੰਦੇ ਨੇ। ਜਿਸ ਤਰ੍ਹਾਂ ਤੁਸੀਂ ਕਿਤਾਬ ਦੀ ਗੱਲ ਕੀਤੀ, ਇਸ ਕਿਤਾਬ ਦੇ ਵਿੱਚ ਤੁਸੀਂ ਦੇਖੋ 2-3 ਪਹਿਲੂ ਨੇ ਜੀ। ਇੱਕ ਤਾਂ ਹੁੰਦਾ ਹੈ ਡਿਫੈਕਸ਼ਨ ਜੀ। ਜੇਕਰ ਮੰਨ ਲਓ ਕੋਈ ਆਪਣੀ ਪਾਰਟੀ ਬਦਲ ਲੈਂਦਾ ਹੈ ਜੀ, ਪਾਰਟੀ ਛੱਡ ਦਿੰਦਾ ਹੈ। ਜੀ। ਦੂਸਰਾ ਐਸਪੈਕਟ ਆ ਜਾਂਦਾ ਹੈ ਆਫਿਸ ਆਫ ਪ੍ਰੋਫਿਟ। ਤੀਸਰਾ ਇਹ ਵੀ ਐਸਪੈਕਟ ਹੈ ਜੋ ਰਾਹੁਲ ਗਾਂਧੀ ਦੇ ਨਾਲ ਹੋਇਆ ਹੈ, ਜਦੋਂ ਕੋਈ ਵਿਅਕਤੀ 2 ਸਾਲ ਜਾਂ 2 ਸਾਲ ਤੋਂ ਜ਼ਿਆਦਾ ਦੀ ਸਜ਼ਾ ਹੋ ਜਾਂਦੀ ਹੈ ਅਪਰਾਧਿਕ ਮਾਮਲੇ ਦੇ ਵਿੱਚ। ਤਾਂ ਇੱਕ ਤਾਂ ਹੁੰਦਾ ਹੈ ਆਰਟੀਕਲ 102 ਹੈ MP ਵਾਸਤੇ, ਤੇ 191 ਹੈ MLA MLC ਵਾਸਤੇ ਜੋ ਆਪਣੇ ਸੰਵਿਧਾਨ ਦਾ। ਇਹ ਹੈ ਸੈਕਸ਼ਨ 8(4) ਰਿਪਰੈਜ਼ੈਂਟੇਸ਼ਨ ਆਫ ਪੀਪਲਸ ਐਕਟ, ਡਿਸਕੁਆਲੀਫਿਕੇਸ਼ਨ ਦਾ ਜੋ ਇਹਨਾਂ ਦੇ ਉੱਤੇ ਲਗਾਇਆ ਗਿਆ ਹੈ ਜੀ। ਇਹਦਾ ਪਿਛੋਕੜ ਤੁਸੀਂ ਦੇਖੋ 2013 ਦੇ ਵਿੱਚ ਮਾਨਯੋਗ ਸੁਪਰੀਮ ਕੋਰਟ ਦਾ ਇੱਕ ਫੈਸਲਾ ਆਇਆ ਸੀ, ਲਿਲੀ ਥਾਮਸ ਵਰਸਸ ਯੂਨੀਅਨ ਆਫ ਇੰਡੀਆ ਐਂਡ ਅਦਰਸ। ਜੀ। ਇੱਕ PIL ਸੀਗਾ। ਉਸ PIL ਦੇ ਵਿੱਚ ਇਹ ਸੀਗਾ ਕਿ ਹਾਂ ਸੈਕਸ਼ਨ 8(4 ਜਿਹੜਾ ਹੈ ਨਾ, ਰਿਪਰੈਜ਼ੈਂਟੇਸ਼ਨ ਆਫ ਪੀਪਲਸ ਐਕਟ, ਇਹਦੇ ਵਿੱਚ ਕਿਸੇ ਨੂੰ ਸਜ਼ਾ ਹੋ ਜਾਂਦੀ ਸੀ, ਉਹ ਕੀ ਕਰਦੇ ਸੀ, ਅਦਾਲਤ ਤੋਂ ਸਟੇ ਲੈ ਲੈਂਦੇ ਸੀ। ਸਟੇ ਲੈਣ ਤੋਂ ਬਾਅਦ ਫਿਰ ਇਲੈਕਸ਼ਨ ਲੜ ਕੇ ਮੰਨ ਲਓ ਇਲੈਕਸ਼ਨ ਲੜ ਵੀ ਲੈਂਦੇ ਸੀ, ਤੇ ਜੇਕਰ ਕੋਈ ਮੈਂਬਰ ਹੈ ਤਾਂ ਉਹਦੀ ਡਿਸਕੁਆਲੀਫਿਕੇਸ਼ਨ ਨਹੀਂ ਹੁੰਦੀ ਸੀ। ਠੀਕ ਹੈ, ਜੇਕਰ ਸਟੇ ਮਿਲ ਗਿਆ। ਠੀਕ ਹੈ, ਹੁਣ ਸਿੱਧਾ ਅਸੀਂ ਰਾਹੁਲ ਗਾਂਧੀ ਜੀ ਦੇ ਕੇਸ ਦੇ ਵਿੱਚ ਆਈਏ। ਜੋ ਰਾਹੁਲ ਗਾਂਧੀ ਜੀ ਦਾ ਮਸਲਾ ਹੈ, ਟੈਕਨੀਕਲੀ ਜਾਂ ਕਨਸਟੀਟਿਊਸ਼ਨਲੀ ਜਾਂ ਕਾਨੂੰਨੀ ਤੌਰ ਤੇ ਤੁਸੀਂ ਦੇਖੋ ਜੋ ਡਿਸਕੁਆਲੀਫਿਕੇਸ਼ਨ ਹੋਇਆ ਹੈ ਬਿਲਕੁਲ ਸਹੀ ਹੈ। ਉਹਨਾਂ ਨੂੰ ਸੂਰਤ ਦੀ ਇੱਕ ਮਾਨਯੋਗ ਅਦਾਲਤ ਵੱਲੋਂ ਸਜ਼ਾ ਸੁਣਾਈ ਗਈ ਹੈ, ਭਾਵੇਂ ਉਹ ਡਿਫੇਮੇਸ਼ਨ ਦਾ ਕੇਸ ਹੈ। 2 ਸਾਲ ਦੀ ਸਜ਼ਾ ਹੈ, ਜ਼ਮਾਨਤ ਤਾਂ ਮਿਲ ਗਈ ਹੈ। ਲੇਕਿਨ ਜੋ ਲਿਲੀ ਥਾਮਸ ਵਰਸਸ ਯੂਨੀਅਨ ਆਫ ਇੰਡੀਆ 2013 ਵਾਲਾ ਕੇਸ ਹੈ, ਇਸ ਕੇਸ ਦੇ ਵਿੱਚ ਜੋ ਪ੍ਰੋਵੀਜ਼ਨਸ ਨੇ, ਪ੍ਰਾਵਧਾਨ ਨੇ, ਉਹਦੇ ਹਿਸਾਬ ਦੇ ਨਾਲ ਡਿਸਕੁਆਲੀਫਿਕੇਸ਼ਨ ਕਾਨੂੰਨਨ ਤੌਰ ਤੇ ਸਹੀ ਹੈ। ਹੁਣ ਦੇਖੋ ਪੋਲੀਟੀਕਲ ਤੌਰ ਤੇ ਅਸੀਂ ਆਈਏ। ਨਾਰਮਲੀ ਦੇਖੋ ਤੁਸੀਂ ਪਾਰਲੀਮੈਂਟ ਦੇ ਵਿੱਚ ਵੀ ਵੇਖਦੇ ਹੋ, ਵਿਧਾਨ ਸਭਾਵਾਂ ਦੇ ਵਿੱਚ ਵੀ ਦੇਖਦੇ ਹੋ, ਪੰਜਾਬ ਦੀ ਹੋਵੇ ਜਾਂ ਮਹਾਰਾਸ਼ਟਰ ਦੀ ਹੋਵੇ, ਬਿਹਾਰ ਦੀ ਹੋਵੇ, UP ਦੀ ਹੋਵੇ, ਲੀਡਰ ਇੱਕ ਦੂਜੇ ਤੇ ਕੁਛ ਨਾ ਕੁਛ ਪਰਸਨਲ ਟਿੱਪਣੀਆਂ ਵੀ ਕਰਦੇ ਨੇ। ਠੀਕ ਹੈ, ਲੀਡਰਾਂ ਨੂੰ ਤਾਂ ਦੇਖੋ ਇੱਕ ਤਰੀਕੇ ਦੇ ਨਾਲ ਪਰਸਨਲ ਟਿੱਪਣੀ ਨਹੀਂ ਕਰਨੀ ਚਾਹੀਦੀ ਹੈ। ਠੀਕ ਹੈ, ਕਿਉਂਕਿ ਲੋਕਾਂ ਨੇ ਤੁਹਾਨੂੰ ਚੁਣ ਕੇ ਭੇਜਿਆ ਹੋਇਆ ਹੈ ਲੋਕ ਹਿੱਤ ਵਾਸਤੇ ਜੀ, ਪਬਲਿਕ ਇੰਟਰਸਟ ਵਾਸਤੇ। ਪਬਲਿਕ ਇੰਟਰਸਟ ਦੀ ਤੁਸੀਂ ਗੱਲ ਕਰੋ, ਲੇਕਿਨ ਇੱਕ ਦੂਜੇ ਦੇ ਖਿਲਾਫ ਕਰ ਲੈਂਦੇ ਨੇ ਲੀਡਰ, ਤਾਂ ਥੋੜਾ ਸਾ ਬਰਦਾਸ਼ਤ ਵੀ ਕਰਨਾ ਚਾਹੀਦਾ। ਬਿਲਕੁਲ ਠੀਕ ਹੈ ਕਿ ਨਹੀਂ? ਤਾਂ ਮੈਂ ਸਮਝਦਾ ਹਾਂ ਕਿ ਇੰਨੀ ਛੇਤੀ ਮਤਲਬ ਡਿਸਕੁਆਲੀਫਿਕੇਸ਼ਨ ਦੀ ਪ੍ਰੋਸੀਡਿੰਗ ਨਹੀਂ ਸ਼ੁਰੂ ਕਰਨੀ ਚਾਹੀਦੀ ਸੀ। ਮਤਲਬ ਪੋਲੀਟੀਕਲ ਤੌਰ ਤੇ, ਟੈਕਨੀਕਲੀ ਕਾਨੂੰਨੀ ਤੌਰ ਤੇ ਬਿਲਕੁਲ ਸਹੀ ਹੈ, ਕੋਈ ਚੈਲੰਜ ਨਹੀਂ ਕਰ ਸਕਦਾ ਹੈ। ਠੀਕ ਹੈ, ਲੇਕਿਨ ਜੇਕਰ ਤੁਸੀਂ ਪੋਲੀਟਿਕਲੀ ਦੇਖੋ ਤਾਂ ਇੱਕ ਦੂਸਰੇ ਨੂੰ ਥੋੜਾ ਬਰਦਾਸ਼ਤ ਕਰਨ ਦਾ ਮਤਲਬ ਪੈਸ਼ੈਂਸ ਹੋਣਾ ਚਾਹੀਦਾ। ਠੀਕ ਹੈ ਨਾ? ਤੇ ਪਾਰਟੀਆਂ ਦਾ ਜਿਹੜਾ ਆਪਸ ਦੇ ਵਿੱਚ ਹੁੰਦਾ ਹੈ, ਮੈਂ ਬਿਲਕੁਲ ਨੌਨ ਪੋਲੀਟੀਕਲ ਹੋ ਕੇ ਅੱਜ ਇਸ ਸੰਬੰਧ ਦੇ ਵਿੱਚ ਗੱਲ ਕਰਦਾ ਹਾਂ। ਪਾਰਟੀਆਂ ਦਾ ਜਿਹੜਾ ਹੁੰਦਾ ਹੈ ਨਾ ਜੀ, ਇਹ ਹਰ ਹੱਥਕੰਡੇ ਅਪਣਾ ਲੈਂਦੇ ਨੇ। ਠੀਕ ਹੈ, ਤੇ ਜ਼ਰੂਰੀ ਨਹੀਂ ਹੈ ਕਿ ਹਾਂ ਇਹਨਾਂ ਨੂੰ ਡਿਸਕੁਆਲੀਫਾਈ ਕੀਤਾ ਜਾਂਦਾ। ਤੁਸੀਂ ਸੋ ਕਾਜ਼ ਨੋਟਿਸ ਦੇ ਸਕਦੇ ਸੀ ਜਾਂ ਸਮਾਂ ਦੇ ਸਕਦੇ ਸੀ ਥੋੜਾ ਬਹੁਤ। ਜੇਕਰ ਸਮਾਂ ਮਿਲ ਜਾਂਦਾ ਤਾਂ ਹੋ ਸਕਦਾ ਸੀ ਕਿ ਸੁਪੀਰੀਅਰ ਕੋਰਟ ਤੋਂ ਕੋਈ ਰਿਲੀਫ ਮਿਲ ਜਾਂਦਾ। ਲੇਕਿਨ ਮੰਨ ਲਓ 23 ਮਾਰਚ ਨੂੰ ਸਜ਼ਾ ਸੁਣਾ ਦਿੱਤੀ ਗਈ ਤੇ 24 ਮਾਰਚ ਨੂੰ ਡਿਸਕੁਆਲੀਫਿਕੇਸ਼ਨ ਇਸੇ ਕਰਕੇ ਕਰ ਦਿੱਤਾ ਗਿਆ ਕਿ ਰਿਲੀਫ ਨਾ ਮਿਲ ਜਾਏ, ਰਿਲੀਫ ਨਾ ਮਿਲੇ। ਤਾਂ ਚਲੋ ਇਹ ਪੋਲੀਟੀਕਲ ਹੋ ਗਿਆ ਨਾ ਫਿਰ। ਤੇ ਇਸ ਤਰ੍ਹਾਂ ਦੇਖੋ ਇੱਕ ਦੂਸਰੇ ਨੂੰ ਸੁਣਨ ਦਾ ਥੋੜਾ ਸਾ ਰੱਖਣਾ ਚਾਹੀਦਾ। ਇਹ ਜ਼ਰੂਰ ਹੈ ਕਿ ਰਾਹੁਲ ਗਾਂਧੀ ਜਦੋਂ ਬੋਲਦੇ ਨੇ
ਤਾਂ ਉਹ ਜ਼ਿਆਦਾ ਬੋਲ ਜਾਂਦੇ ਨੇ, ਕਿਉਂਕਿ ਜੋ ਇੱਕ ਲੀਡਰ ਦਾ ਹੁੰਦਾ ਹੈ ਨਾ, ਉਹ ਉਹਨਾਂ ਦਾ ਪਰਿਵਾਰਿਕ ਪਿਛੋਕੜ ਹੈ ਜੀ, ਬੈਕਗ੍ਰਾਉਂਡ ਹੈ, ਮਤਲਬ ਉਹ ਪੀੜ੍ਹੀ ਦਰ ਪੀੜ੍ਹੀ ਲੀਡਰ ਬਣੇ ਹੋਏ ਨੇ, ਠੀਕ ਹੈ। ਮੈਂ ਉਹਨਾਂ ਨੂੰ ਲੀਡਰ ਨਹੀਂ ਮੰਨਦਾ, ਠੀਕ ਹੈ। ਉਹ ਉਹਨਾਂ ਦੇ ਵਿੱਚ ਲੀਡਰਸ਼ਿਪ ਕੁਆਲਿਟੀ ਵੀ ਨਹੀਂ ਹੈ, ਤਾਂ ਹੀ ਦੇਖੋ ਕਾਂਗਰਸ ਦਾ ਪਤਨ ਹੋਇਆ ਹੈ। ਕਾਂਗਰਸ ਦੇ ਵਿੱਚ ਅਗਰ ਕੋਈ ਹੋਰ ਲੀਡਰ, ਅੱਜ ਵੀ ਤੁਸੀਂ ਦੇਖੋ ਖੜਗੇ ਸਾਹਿਬ ਬਣ ਗਏ ਨੇ ਪਾਰਟੀ ਦੇ ਨੈਸ਼ਨਲ ਪ੍ਰੈਸੀਡੈਂਟ, ਲੇਕਿਨ ਪਾਰਟੀ ਰਾਹੁਲ ਗਾਂਧੀ ਦੇ ਆਲੇ ਦੁਆਲੇ ਘੁੰਮ ਰਹੀ ਹੈ। ਭਾਰਤ ਜੋੜੋ ਯਾਤਰਾ ਕਿਸਨੇ ਕੀਤੀ? ਨੈਸ਼ਨਲ ਪ੍ਰੈਸੀਡੈਂਟ ਨੇ ਨਹੀਂ ਕੀਤੀ। ਅਹਿਮੀਅਤ ਕਿਹਨੂੰ ਦਿੱਤੀ ਜਾ ਰਹੀ ਹੈ? ਰਾਹੁਲ ਗਾਂਧੀ ਨੂੰ। ਤੇ ਰਾਹੁਲ ਗਾਂਧੀ ਦੇ ਵਿੱਚ ਉਹ ਕਾਬਲੀਅਤ ਨਹੀਂ ਹੈ ਜੋ ਨੈਸ਼ਨਲ ਕਾਂਗਰਸ ਵਰਗੀ ਪਾਰਟੀ ਨੂੰ ਲੀਡਰਸ਼ਿਪ ਦੇ ਸਕਣ, ਠੀਕ ਹੈ। ਤੇ ਜੋ ਜਵਾਹਰ ਲਾਲ ਨਹਿਰੂ ਸੀਗੇ ਜਾਂ ਉਹਨਾਂ ਤੋਂ ਬਾਅਦ ਜਿਹੜੇ ਲੀਡਰ ਹੋਏ ਸੀਗੇ, ਚਲੋ ਉਹਨਾਂ ਨੇ ਲੀਡਰਸ਼ਿਪ ਕੁਆਲਿਟੀ ਐਕਵਾਇਰ ਕਰ ਲਈ ਸੀਗੀ। ਇਹਨਾਂ ਨੇ ਭਾਰਤ ਜੋੜੋ ਯਾਤਰਾ ਜਿਹੜੀ ਸ਼ੁਰੂ ਕੀਤੀ ਸੀ ਉਹ ਵੀ ਗਲਤ ਸੀਗੀ, ਠੀਕ ਹੈ। ਭਾਰਤ ਜੋੜੋ ਯਾਤਰਾ ਦਾ ਮਤਲਬ ਕੀ ਹੁੰਦਾ ਹੈ ਜੀ? ਭਾਰਤ ਨੂੰ ਤੁਸੀਂ ਕਿਸ ਤਰ੍ਹਾਂ ਜੋੜੋਗੇ? ਜੋ ਟੁੱਟਿਆ ਹੋਇਆ ਚੀਜ਼ ਹੁੰਦਾ ਹੈ ਉਹਨੂੰ ਤੁਸੀਂ ਜੋੜ ਸਕਦੇ ਹੋ। ਕੋਈ ਚੀਜ਼ ਟੁੱਟ ਗਿਆ ਹੈ ਨਾ, ਉਹਨੂੰ ਹੀ ਜੋੜੋਗੇ ਨਾ। ਕਾਂਗਰਸ ਨੂੰ ਜੋੜਨਾ ਚਾਹੀਦਾ ਸੀ ਪਹਿਲਾਂ, ਕਾਂਗਰਸ ਜੋੜੋ ਯਾਤਰਾ ਇਹਨਾਂ ਨੂੰ ਕਰਨੀ ਚਾਹੀਦੀ ਸੀ। ਤੇ ਇਹ ਤਾਂ ਅੱਛਾ, ਮੈਂ ਇੱਕ ਗੱਲ ਦੇਖੀ, ਇੱਕ ਚੀਜ਼ ਮੈਨੂੰ ਬਸ ਕਰ ਲੈਂਦਾ, ਇਹ ਤਾਂ ਦੇਖੋ ਮੁਲਕ ਦਾ ਅਪਮਾਨ ਹੋਇਆ ਜੀ। ਤੁਸੀਂ ਭਾਰਤ ਜੋੜੋ ਕਹਿ ਰਹੇ ਹੋ, ਇਟ ਮੀਨਸ ਕਿ ਭਾਰਤ ਟੁੱਟਿਆ ਹੋਇਆ ਹੈ। ਤੇ ਇਹ ਜੋ ਆਮ ਤੌਰ ਤੇ ਕੀ ਹੁੰਦਾ ਹੈ ਕਿ PR ਕੰਪਨੀਆਂ ਵਾਲੇ ਲੋਕੀ ਇਹ ਨਾਮ ਦੇ ਦਿੰਦੇ ਨੇ, ਤੇ ਲੀਡਰ ਕੀ ਕਰਦੇ ਨੇ? PR ਕੰਪਨੀਆਂ ਦੇ ਹਿਸਾਬ ਦੇ ਨਾਲ ਚੱਲਦੇ ਨੇ। ਲੀਡਰਾਂ ਨੂੰ ਆਪਣੇ ਅੰਦਰ ਲੀਡਰਸ਼ਿਪ ਕੁਆਲਿਟੀ ਲੈ ਕੇ ਆਉਣੀ ਚਾਹੀਦੀ ਹੈ। ਤੁਸੀਂ ਆਪਣਾ ਵਿਵੇਕ, ਆਪਣੀ ਬੁੱਧੀਮਤਾ ਦਾ ਇਸਤੇਮਾਲ ਕਰੋ। ਤੇ ਇਹ ਜਿਹੜਾ ਨਮਨਕਲੇਚਰ ਸੀਗਾ ਨਾ ਭਾਰਤ ਜੋੜੋ ਯਾਤਰਾ, ਇਹ ਗਲਤ ਹੋ ਗਿਆ। ਰਾਹੁਲ ਗਾਂਧੀ ਨੂੰ ਚਾਹੀਦਾ ਸੀ ਕਿ ਇਹਨੂੰ ਕਾਂਗਰਸ ਜੋੜੋ ਯਾਤਰਾ ਦਾ ਨਾਂ ਦਿੰਦੇ, ਕਾਂਗਰਸੀਆਂ ਨੂੰ ਨਾਲ ਜੋੜਦੇ। ਤੁਸੀਂ ਦੇਖੋ ਪੰਜਾਬ ਦੇ ਵਿੱਚ ਯਾਤਰਾ ਆਈ, ਮਨਪ੍ਰੀਤ ਬਾਦਲ ਜੋ ਇਹਨਾਂ ਦੇ ਦੇਖੋ ਮੰਤਰੀ ਰਹਿ ਚੁੱਕੇ ਸੀਗੇ, 5 ਸਾਲ ਵਿੱਤ ਮੰਤਰੀ ਰਹੇ ਸੀਗੇ, ਤੇ ਤਾਂ ਪਾਰਟੀ ਨਹੀਂ ਸੰਭਾਲ ਸਕੇ। ਚੰਨੀ ਨੂੰ CM ਕਹਿੰਦੇ ਬਣਾਉਣ ਦੇ ਵਿੱਚ ਉਹਨਾਂ ਦਾ ਯੋਗਦਾਨ ਸੀ। ਤਾਂ ਉਹ ਪਾਰਟੀ ਛੱਡ ਗਏ, ਕਿਸੇ ਹੋਰ ਪਾਰਟੀ ਨੂੰ, BJP ਨੂੰ ਜੁਆਇਨ ਕਰ ਲਿਆ, ਜਦ ਕਿ ਇਹਨਾਂ ਦੀ ਯਾਤਰਾ ਪੰਜਾਬ ਦੇ ਵਿੱਚ ਚੱਲ ਰਹੀ ਸੀਗੀ। ਤੇ ਪਾਰਟੀ ਨੂੰ ਤਾਂ ਜੋੜ ਨਹੀਂ ਸਕੇ, ਇਹ ਭਾਰਤ ਨੂੰ ਕੀ ਜੋੜਨਗੇ ਜੀ? ਮੈਂ ਉਹੀ ਗੱਲ ਕਰ ਰਿਹਾ ਸੀ, ਠੀਕ ਹੈ ਕਿ ਨਹੀਂ? ਦੂਸਰੀ ਗੱਲ, ਇੱਕ ਚੀਜ਼ ਹੋਰ ਹੈ, ਦੇਖੋ ਇੱਥੇ ਇੱਕ ਬਹੁਤ ਹੀ ਸਿਆਣੇ ਲੀਡਰ ਹੁੰਦੇ ਸੀਗੇ, ਜੋ ਮਾਨਯੋਗ ਮੈਂਬਰ ਪਾਰਲੀਮੈਂਟ ਜਲੰਧਰ ਦੇ ਸੀਗੇ, ਸੰਤੋਖ ਚੌਧਰੀ ਜੀ। ਉਹਨਾਂ ਦੀ ਡੈਥ ਹੋ ਜਾਂਦੀ ਹੈ ਜੀ। ਦੇਖੋ ਉਸ ਹਿਸਾਬ ਦੇ ਨਾਲ ਤੁਸੀਂ ਕਹੋਗੇ ਕਿ ਇਹ ਯਾਤਰਾ ਜਿਹੜੀ ਸੀਗੀ ਇੱਕ ਮਨਹੂਸ ਯਾਤਰਾ ਸੀਗੀ ਜੀ, ਮਨਹੂਸ ਯਾਤਰਾ ਸੀਗੀ। ਔਰ ਜਿਸ ਤਰੀਕੇ ਨਾਲ ਹੰਕਾਰ ਉਸ ਯਾਤਰਾ ਦੇ ਵਿੱਚ ਸੀਗਾ ਉਹ ਠੀਕ ਨਹੀਂ ਸੀ। ਤਾਂ ਮੈਂ ਬਾਰ-ਬਾਰ ਇਹੀ, ਉਦੋਂ ਵੀ ਮੈਂ ਹਮੇਸ਼ਾ ਬੋਲਦਾ ਸੀ ਕਿ ਦੇਖੋ ਇਹ ਜਿਹੜੀ ਯਾਤਰਾ ਹੈ ਨਾ, ਇੱਕ ਵਾਰ ਤਾਂ ਪ੍ਰਤਾਪ ਬਾਜਵਾ ਜੀ ਵੀ ਰੁੱਸ ਗਏ ਸੀ। ਹਾਂ, ਕਾਂਗਰਸ ਜੋੜੋ ਯਾਤਰਾ ਤੁਸੀਂ ਕਰੋ, ਆਪਣੀ ਪਾਰਟੀ ਨੂੰ ਜੋੜ ਲਓ ਜੀ, ਭਾਰਤ ਨੂੰ ਤੁਸੀਂ ਛੱਡ ਦਿਓ। ਇੱਕ ਵਾਰੀ ਮੈਂ ਦੇਖੋ, ਜਿਸ ਦਿਨ ਸਾਡਾ ਇਲੈਕਸ਼ਨ ਸੀਗਾ ਨਾ 20 ਫਰਵਰੀ ਨੂੰ, ਇਹਨਾਂ ਨੇ ਸਾਡੇ ਨੈਸ਼ਨਲ ਪ੍ਰੈਸੀਡੈਂਟ, ਨੈਸ਼ਨਲ ਕਨਵੀਨਰ ਅਰਵਿੰਦ ਕੇਜਰੀਵਾਲ ਜੀ ਦੇ ਬਾਰੇ ਕੁਝ ਬੋਲ ਦਿੱਤਾ ਸੀ ਜੀ। ਰਾਹੁਲ ਗਾਂਧੀ ਜੀ ਨੇ ਕੋਈ ਟਿੱਪਣੀ ਕੀਤੀ ਸੀ ਔਰ ਨੈਸ਼ਨਲ ਮੀਡੀਆ ਦੇ ਵਿੱਚ ਬਹੁਤ ਹਾਈਲਾਈਟ ਹੋਇਆ ਸੀ। ਤਾਂ ਉਸ ਦਿਨ ਨੈਸ਼ਨਲ ਮੀਡੀਆ ਨੇ ਮੇਰੇ ਨਾਲ ਵੀ ਗੱਲ ਕੀਤੀ ਸੀ, ਤਾਂ ਮੈਂ ਮੂੰਹ ਤੋੜਵਾ ਜਵਾਬ ਦਿੱਤਾ ਸੀ ਰਾਹੁਲ ਗਾਂਧੀ ਨੂੰ, ਕਿਉਂਕਿ ਸਾਡੇ ਨੈਸ਼ਨਲ ਲੀਡਰ ਦੇ ਖਿਲਾਫ ਇਹਨਾਂ ਨੇ ਬੋਲਿਆ ਸੀ, ਇਲੈਕਸ਼ਨ ਚੱਲ ਰਿਹਾ ਸੀ। ਮੈਂ ਕਿਹਾ ਕਿ ਨਹੀਂ, ਜਵਾਬ ਤੁਸੀਂ ਲੈ ਹੀ ਲਓ। ਮੈਂ ਕਿਹਾ ਕਿ ਰਾਹੁਲ ਗਾਂਧੀ ਜੀ, ਤੁਸੀਂ ਜਿੱਥੇ ਵੀ ਹੋ ਨਾ, ਪ੍ਰਾਈਮ ਮਿਨਿਸਟਰ ਦੇ ਕੈਂਡੀਡੇਟ ਬੰਦੇ ਹੋ, ਉੱਥੇ ਤੁਸੀਂ ਲਾਈਵ ਹੋ ਜਾਓ, ਜਾਂ ਮੀਡੀਆ ਦੇ ਸਾਹਮਣੇ ਜਾਂ ਸੋਸ਼ਲ ਮੀਡੀਆ ਦੇ ਸਾਹਮਣੇ ਲਾਈਵ ਹੋ ਕੇ ਇਸ ਮੁਲਕ ਦੇ ਜਿੰਨੇ ਵੀ ਸਟੇਟ ਨੇ, ਸਟੇਟਾਂ ਦਾ ਨਾਂ ਤੇ ਉਹ ਸਟੇਟਾਂ ਦੀ ਰਾਜਧਾਨੀ ਦੱਸ ਦਿਓ, ਮੈਂ ਮੰਨ ਲਵਾਂਗਾ ਕਿ ਤੁਸੀਂ ਬਹੁਤ ਵੱਡੇ ਰਾਜਨੀਤਿज्ञ ਹੋ। ਚੈਲੰਜ ਦਿੱਤਾ ਸੀ ਮੈਂ ਉਸ ਦਿਨ, ਕਿਉਂਕਿ ਇਹਨਾਂ ਨੇ ਅਰਵਿੰਦ ਕੇਜਰੀਵਾਲ ਜੀ ਦੇ ਖਿਲਾਫ ਕੋਈ ਮਾੜੀ ਸ਼ਬਦਾਵਲੀ ਦਾ ਇਸਤੇਮਾਲ ਕੀਤਾ ਸੀ। ਉਸ ਚੀਜ਼ ਨੂੰ ਅਸੀਂ ਨਹੀਂ ਦੁਹਰਾ ਸਕਦੇ ਹਾਂ। ਮੈਂ ਕਿਹਾ ਕਿ ਤੁਸੀਂ ਅਗਲੇ ਦੇ ਬਾਰੇ ਜੋ ਤੁਸੀਂ ਬੋਲ ਰਹੇ ਹੋ, ਪਹਿਲਾਂ ਤੁਸੀਂ ਨੈਸ਼ਨਲ ਲੀਡਰ ਦੇ ਲੀਡਰ ਆਪਣੇ ਆਪ ਨੂੰ ਸਮਝਦੇ ਹੋ, ਤੇ ਭਾਰਤ ਦੇ ਜਿੰਨੇ ਵੀ ਸਟੇਟ ਨੇ, ਸਟੇਟਾਂ ਦਾ ਨਾਂ ਹੀ ਲੈ ਲਓ ਤੁਸੀਂ, ਅਰੁਣਾਚਲ ਪ੍ਰਦੇਸ਼ ਤੋਂ ਸ਼ੁਰੂ ਕਰ ਲਓ, ਜੰਮੂ ਕਸ਼ਮੀਰ, ਪੰਜਾਬ ਤੋਂ ਹੀ ਸ਼ੁਰੂ ਕਰ ਲਓ, ਸਟੇਟਾਂ ਦਾ ਨਾਂ ਤੇ ਸਟੇਟਾਂ ਦੀ ਰਾਜਧਾਨੀ ਹੀ ਦੱਸ ਦਿਓ, ਜੋ ਚੌਥੇ 5ਵੇਂ ਕਲਾਸ ਦੇ ਬੱਚੇ ਆਰਾਮ ਨਾਲ ਬੋਲ ਸਕਦੇ। ਨਾਲੇ ਨੈਸ਼ਨਲ ਪਾਰਟੀ ਆ ਹਰ ਇੱਕ ਜਗ੍ਹਾ ਤੇ, ਮੈਨੂੰ ਪਤਾ ਹੋਣਾ ਚਾਹੀਦਾ। ਤੇ ਇਸ ਕਰਕੇ ਇਹਨਾਂ ਦੇ ਅੰਦਰ ਦੇਖੋ, ਉਹ ਨਾ ਤਾਂ ਪੈਸ਼ੈਂਸ, ਜਦੋਂ ਬੋਲਣਾ ਹੈ ਨਾ ਤਾਂ ਪੈਸ਼ੈਂਸ ਰੱਖੋ, ਇੱਕ ਹਿਊਮਿਲਿਟੀ ਹੋਣੀ ਚਾਹੀਦੀ ਹੈ, ਵਿਨम्रता ਹੋਣੀ ਚਾਹੀਦੀ ਹੈ।
ਪਿਛਲੇ 2-3 ਸਾਲਾਂ ਦਾ ਇਹਨਾਂ ਦਾ ਹਿਸਾਬ ਤੁਸੀਂ ਦੇਖੋਗੇ ਰਾਹੁਲ ਗਾਂਧੀ ਦਾ, ਆਪਣੇ ਬਾਰੇ ਦੇ ਨਹੀਂ ਬੋਲਦੇ, ਆਪਣੀ ਕਾਬਲੀਅਤ ਦੇ ਬਾਰੇ ਨਹੀਂ ਬੋਲਦੇ, ਦੂਸਰੇ ਦੇ ਖਿਲਾਫ ਬੋਲਦੇ ਨੇ। ਠੀਕ ਹੈ, 20% 30% ਤੁਸੀਂ ਜ਼ਰੂਰ ਬੋਲਣਾ ਹੈ, ਕਿਉਂਕਿ ਡੈਮੋਕ੍ਰੇਸੀ ਦੇ ਵਿੱਚ ਆਲੋਚਨਾ ਕਰਨੀ ਵੀ ਜ਼ਰੂਰੀ ਹੈ, ਲੇਕਿਨ ਸਿਰਫ ਤੁਸੀਂ ਆਲੋਚਨਾ ਕਰਦੇ ਹੋ, ਆਪਣੀ ਕਾਬਲੀਅਤ ਤੁਸੀਂ ਸਾਹਮਣੇ ਨਹੀਂ ਰੱਖਦੇ ਹੋ। ਮੰਨ ਲਓ ਲਗਾਤਾਰ 10 ਸਾਲ ਇਹਨਾਂ ਦੀ ਸਰਕਾਰ ਰਹੀ ਨਾ, 2004 ਤੋਂ ਲੈ ਕੇ 2014 तो उस दौरान जो होया वो अपनी काबिलियत दसो, जो तीर तुसी मारिया ਉਹਦੇ ਬਾਰੇ ਤੁਸੀਂ ਦੱਸੋ, आज जो खराबी है ठीक है वो भी दसो, आलोचना भी करो, लेकिन अपनी काबिलियत देखो। जनता आज काबिलियत देखना चाहती है, मतलब ਕਿਸੇ ਲੀਡਰ ਦੇ ਵਿੱਚ ਸਿੰਸੀਅਰਿਟੀ ਕਿੰਨੀ ਹੈ, ਸੀਰੀਅਸਨੈਸ ਕਿੰਨਾ ਹੈ, ਇਹ ਜਨਤਾ ਵੇਖਣਾ ਚਾਹੁੰਦੀ ਹੈ। ਕੇਵਲ ਇੱਕ ਦੂਜੇ ਦੇ ਖਿਲਾਫ ਤੁਸੀਂ ਗਾਲ ਕੱਢ ਲਓ ਤਾਂ ਜਨਤਾ ਨੂੰ ਉਸ ਚੀਜ਼ ਦੇ ਨਾਲ ਕੋਈ। ਅੱਛਾ, ਮੈਂ ਇਸੇ ਤੇ ਤੁਹਾਨੂੰ ਸਵਾਲ ਕਰੂੰਗਾ, ਤੁਸੀਂ IPS ਦੀ ਲੰਬਾ ਸਮਾਂ ਨੌਕਰੀ ਕੀਤੀ ਔਰ 1.5 ਸਾਲ ਦੇ ਕਰੀਬ ਜਿਹੜਾ ਮੇਰੇ ਖਿਆਲ ਤੁਸੀਂ ਸਿਆਸਤ ਦੇ ਵਿੱਚ ਆਇਆ ਨੂੰ ਜਿਹੜਾ ਹੋ ਗਿਆ ਜੀ, ਤਾਂ ਤੁਸੀਂ ਕੀ ਮਹਿਸੂਸ ਕੀਤਾ ਕਿ ਇਹਦੇ ਵਿੱਚ ਆ ਕੇ, ਕਿਉਂਕਿ ਜਿਵੇਂ ਤੁਸੀਂ ਕਹਿ ਰਹੇ ਹੋ ਕਿ ਲੀਡਰ ਜਿਹੜੇ ਇੱਕ ਦੂਜੇ ਦੇ ਉੱਪਰ ਜਿਹੜੇ ਇਸ ਹੱਦ ਤੱਕ ਚੱਲ ਜਾਂਦੇ ਆ ਬਿਆਨਬਾਜ਼ੀ ਕਰਨ, ਤੁਸੀਂ ਕੀ ਮਹਿਸੂਸ ਕਰਦੇ ਰਾਜਨੀਤੀ ਦੇ ਵਿੱਚ ਆ ਕੇ ਕਿ ਇਹ ਹੋ ਕੀ ਰਿਹਾ, ਇੱਕ ਦੂਜੇ ਦੇ ਉੱਪਰ ਕਿਸ ਤਰੀਕੇ ਦਾ ਜਿਹੜਾ ਚਿੱਕੜ ਸੁੱਟਦੀ ਹੈ ਰਾਜਨੀਤੀ ਪੰਜਾਬ ਦੀ ਜਾਂ ਭਾਰਤ ਦੀ? ਦੇਖੋ ਤੁਸੀਂ ਮੇਰੀ ਗੱਲ ਕੀਤੀ ਤਾਂ ਮੈਂ ਆਪਣੇ ਤੋਂ ਹੀ ਸ਼ੁਰੂ ਕਰਦਾ ਹਾਂ। ਵਿਧਾਨ ਸਭਾ ਦਾ ਸੈਸ਼ਨ ਸੀਗਾ, ਠੀਕ ਹੈ, ਬਜਟ ਸੈਸ਼ਨ ਪੰਜਾਬ ਵਿਧਾਨ ਸਭਾ ਦਾ, ਤਕਰੀਬਨ ਮੈਂ ਰੋਜ਼ਾਨਾ ਗੱਲ ਕੀਤੀ ਜੀ। ਬਜਟ ਜਿਸ ਦਿਨ ਪੇਸ਼ ਹੋਇਆ ਉਸ ਦਿਨ ਨਹੀਂ ਗੱਲ ਕੀਤੀ, ਜਾਂ ਗਵਰਨਰ ਸਾਹਿਬ ਦਾ ਜਿਹੜਾ ਐਡਰੈਸ ਸੀਗਾ ਉਸ ਦਿਨ ਤੱਕ ਕਿਸੇ ਨੇ ਗੱਲ ਨਹੀਂ ਕੀਤੀ। ਮੈਂ ਹਮੇਸ਼ਾ ਅੰਮ੍ਰਿਤਸਰ ਦੇ ਲੋਕਾਂ ਦੀ ਸਮੱਸਿਆ, ਉਹਨਾਂ ਦੀ ਮੰਗ ਤੇ ਪੰਜਾਬ ਦੇ ਲੋਕਾਂ ਦੀ ਸਮੱਸਿਆ ਤੇ ਪੰਜਾਬ ਦੇ ਮੁੱਦੇ ਰੱਖੇ ਜੀ। ਠੀਕ ਹੈ, ਕੋਈ ਮੇਰੇ ਬਾਰੇ ਕੁਝ ਕਹਿ ਦੇ ਰਿਹਾ ਹੈ, ਭਾਵੇਂ ਵਿਰੋਧੀ ਪੱਖ ਦਾ ਹੋਵੇ, ਕਿਸੇ ਵੀ ਪਾਰਟੀ ਦਾ ਹੋਵੇ, ਉਸ ਚੀਜ਼ ਨੂੰ ਤੁਸੀਂ ਬਾਹਰ ਉਹ ਕਰ ਲਓ, ਕਿਉਂਕਿ ਜੋ ਵਿਧਾਨ ਸਭਾ ਹੁੰਦੀ ਹੈ ਜਾਂ ਪਾਰਲੀਮੈਂਟ ਹੁੰਦੀ ਹੈ ਨਾ, ਉਹ ਲੋਕਾਂ ਦੀ ਹੁੰਦੀ ਹੈ ਜੀ। ਉਹ ਇੱਕ ਮਿੰਟ ਜਿਹੜਾ ਹੁੰਦਾ ਹੈ ਨਾ, ਲੋਕਾਂ ਵਾਸਤੇ ਇੰਪੋਰਟੈਂਟ ਹੁੰਦਾ ਹੈ। ਤਾਂ ਮੈਂ ਹਮੇਸ਼ਾ ਦੇਖੋ ਬਣਾ ਕੇ ਰੱਖਦਾ ਸੀ, ਜਦੋਂ ਮੌਕਾ ਮਿਲਦਾ ਸੀ, ਭਾਵੇਂ ਪ੍ਰਸ਼ਨ ਕਾਲ ਹੈ, 0 ਆਵਰ ਹੈ ਜਾਂ ਡਿਸਕਸ਼ਨ ਹੈ, ਮੈਂ ਲੋਕਾਂ ਦੇ ਮੁੱਦੇ ਰੱਖੇ ਜੀ। ਠੀਕ ਹੈ, ਇਹ ਖਰਾਬ ਜ਼ਰੂਰ ਲੱਗਦਾ ਹੈ ਜੇਕਰ ਤੁਹਾਡੇ ਤੇ ਕੋਈ ਟਿੱਕਾ ਟਿੱਪਣੀ ਕਰਦਾ ਹੈ, ਲੇਕਿਨ ਉਹਦੇ ਵਾਸਤੇ ਮੰਚ ਕੋਈ ਹੋਰ ਰੱਖੋ। ਤੇ ਮੈਂ ਆਪਣੀ ਗੱਲ ਕਰਦਾ ਹਾਂ, ਮੈਂ ਇਲੈਕਸ਼ਨ ਦੇ ਦੌਰਾਨ ਹੀ, ਇਲੈਕਸ਼ਨ ਤੋਂ ਬਾਅਦ ਵੀ ਜੇਕਰ ਮੇਰੇ ਖਿਲਾਫ ਕੋਈ ਬੋਲਦਾ ਹੈ ਨਾ, ਇਹ ਨੌਕਰੀ ਦੇ ਟਾਈਮ ਵੀ ਮੈਂ ਰੱਖਦਾ ਸੀ ਕਿ ਜੇਕਰ ਕੋਈ ਮੇਰੇ ਖਿਲਾਫ ਬੋਲਦਾ ਹੈ ਨਾ, ਫਿਰ ਮੈਂ ਉਹਦਾ ਮੂੰਹ ਤੋੜਵਾ ਜਵਾਬ ਦੇਵਾਂਗਾ। ਦੋਸ਼ੀ ਪਰਿਵਾਰ ਜਾਂ ਉਹਨਾਂ ਦੇ ਹਿਮਾਇਤੀਆਂ ਨੇ ਨੌਕਰੀ ਦੇ ਦੌਰਾਨ ਵੀ ਮੇਰੇ ਖਿਲਾਫ ਕਾਫੀ ਗੱਲਬਾਤ ਕੀਤੀ, ਮੈਂ ਉਸ ਦਾ ਮੂੰਹ ਤੋੜਵਾ ਜਵਾਬ ਦਿੱਤਾ ਜੀ, ਭਾਵੇਂ ਮੈਂ ਨੌਕਰੀ ਦੇ ਵਿੱਚ ਸੀਗਾ। ਠੀਕ ਹੈ, ਮੈਂ ਮੌਕਾ ਦਿੰਦਾ ਸੀ ਸਰਕਾਰ ਨੂੰ, ਮੈਂ ਮੌਕਾ ਦਿੰਦਾ ਸੀ ਆਪਣੇ ਡਿਪਾਰਟਮੈਂਟ ਨੂੰ ਕਿ ਤੁਸੀਂ ਬੋਲੋ, ਤੁਸੀਂ ਜਵਾਬ ਦਿਓ, ਨਹੀਂ ਤੁਸੀਂ ਕਾਰਵਾਈ ਕਰੋਗੇ ਤਾਂ ਮੈਂ ਬੋਲਣਾ ਹੈ ਜੀ। ਮੇਰੇ ਕੋਲ ਜਿੰਨੇ ਵੀ ਕੇਸ ਆਉਂਦੇ ਸੀ, ਤਕਰੀਬਨ ਕੰਟਰੋਵਰਸੀਅਲ ਕੇਸ ਆਉਂਦੇ ਸੀ। ਹਰ ਇੱਕ ਕੇਸ ਇੱਕ ਸਵਾਲ ਹੈਗਾ ਕਿ ਕੁੰਵਰ ਵਿਜੇ ਪ੍ਰਤਾਪ ਜੀ ਕੰਟਰੋਵਰਸੀ ਦੇ ਵਿੱਚ ਰਹਿੰਦੇ ਰਹੇ ਆ, ਉਹਨਾਂ ਦੀ ਨੌਕਰੀ ਜਿਹੜੀ ਆ ਉਹ ਕੰਟਰੋਵਰਸ਼ੀਅਲ ਰਹੀ ਹੈ। ਨਹੀਂ, ਦੇਖੋ ਸਵਾਲ ਤੁਹਾਡਾ ਮਤਲਬ ਬਿਲਕੁਲ ਠੀਕ ਹੈ। ਇਹਦੇ ਵਿੱਚ ਹੁੰਦਾ ਕੀ ਹੈ ਕਿ ਮਾਨਯੋਗ ਹਾਈ ਕੋਰਟ ਵੱਲੋਂ, ਸਰਕਾਰਾਂ ਵੱਲੋਂ, DGP ਪੰਜਾਬ ਵੱਲੋਂ ਜ਼ਿਆਦਾਤਰ ਆਪਣੀ ਡਿਊਟੀ ਤੋਂ ਇਲਾਵਾ ਮੇਰੇ ਕੋਲ ਜੋ ਹਾਈ ਪ੍ਰੋਫਾਈਲ ਕੇਸ ਆਉਂਦੇ ਸੀ ਉਹ ਹਮੇਸ਼ਾ ਕੰਟਰੋਵਰਸੀਅਲ ਸੀ, ਹਮੇਸ਼ਾ ਕੰਟਰੋਵਰਸੀਅਲ। ਲੇਕਿਨ ਜੇਕਰ ਤੁਸੀਂ ਮਤਲਬ ਕੰਟਰੋਵਰਸੀ ਦੇ ਵਿੱਚ ਆਪਣਾ ਕਦਮ ਰੱਖ ਰਹੇ ਹੋ, ਕੇਸ ਆਲਰੇਡੀ ਕੰਟਰੋਵਰਸੀਅਲ ਹੈ, ਤਾਂ ਕੰਟਰੋਵਰਸੀ ਤਾਂ ਆਊਗੀ ਹੀ ਆਊਗੀ। ਉਹ ਹੋਰ ਚੈਲੰਜਿੰਗ ਹੋ ਜਾਂਦਾ ਹੈ ਕਿ ਕੰਟਰੋਵਰਸੀ ਤੋਂ ਦੂਰ ਰਹਿ ਕੇ, ਭਾਵੇਂ ਦੇਖੋ ਦੂਜੇ ਕਹਿਣਗੇ ਕਿ ਇਹ ਕੰਟਰੋਵਰਸੀਅਲ ਨੇ ਜਾਂ ਕੰਟਰੋਵਰਸੀ ਦੇ ਵਿੱਚ ਮੈਰਿਟ ਤੇ ਇਨਵੈਸਟੀਗੇਸ਼ਨ ਕਰਨਾ ਹੁੰਦਾ ਜੀ। ਇਨਵੈਸਟੀਗੇਸ਼ਨ ਦੇ ਵਿੱਚ ਜੋ ਤੁਸੀਂ ਲਿਖ ਰਹੇ ਹੋ ਨਾ ਜੀ, ਮੈਰਿਟ ਤੇ ਤੁਸੀਂ ਲਿਖੋ। ਕੋਈ ਵੀ ਕੇਸ ਹੈ, ਤੁਸੀਂ ਦੇਖੋਗੇ ਅੱਜ ਇੱਕ ਪੰਜਾਬ ਪੁਲਿਸ ਦੇ AIG ਜੇਲ੍ਹ ਦੇ ਵਿੱਚ ਨੇ ਜੀ, ਉਹਨਾਂ ਦੀ ਜ਼ਮਾਨਤ ਹੁਣੇ ਠੀਕ ਹੈ ਕਿ ਨਹੀਂ, ਹੁਣੇ ਰੱਦ ਹੋਈ ਹੈ ਮਾਨਯੋਗ ਹਾਈ ਕੋਰਟ ਵੱਲੋਂ। ਤੇ ਉਹਨਾਂ ਦਾ ਇੱਕ ਵੀਡੀਓ ਵੀ ਆਇਆ ਕਿ ਜੋ ਲੇਡੀ ਨੂੰ ਚਪੇੜ ਲਗਾਈ ਸੀਗੀ, ਉਹ ਕੇਸ ਬਿਲਕੁਲ ਨਜਾਇਜ਼ ਤੌਰ ਤੇ ਦਰਜ ਹੋਇਆ ਸੀ ਜੀ। ਉਹ ਕੇਸ ਸੀਗਾ ਹੀ ਨਹੀਂ, ਰਜਿਸਟ੍ਰੇਸ਼ਨ ਵੀ AIG ਤੇ ਜਾਂ ਉਹ ਜਨਾਨੀ ਤੇ, ਉਸ ਜਨਾਨੀ ਤੇ ਉਹ ਕੇਸ ਬਿਲਕੁਲ ਗਲਤ ਜ਼ੀਰਕਪੁਰ ਦੇ ਵਿੱਚ। ਸਾਰਾ ਕੁਝ ਅਸੀਂ ਸਾਬਿਤ ਕੀਤਾ ਸੀ। ਮੰਨ ਲਓ ਉਦੋਂ ਉਹਨਾਂ ਨੇ ਮੈਨੇਜ ਕਰ ਲਿਆ, ਉਦੋਂ ਜਦੋਂ ਮੇਰੇ ਕੋਲ ਤਫਤੀਸ਼ ਸੀਗੀ ਜਾਂ ਮੇਰੀ ਟੀਮ ਦੇ ਕੋਲ ਤਫਤੀਸ਼ ਸੀਗੀ, ਉਦੋਂ ਮੈਨੇਜ ਕਰ ਲਿਆ। ਲੇਕਿਨ ਕੇਸ ਕਦੇ ਨਾ ਕਦੇ ਤਾਂ ਖੁੱਲ੍ਹਾ ਹੈ ਨਾ ਜੀ, ਸੱਚਾਈ ਸਾਹਮਣੇ ਆਉਣੀ ਹੈ। ਤਾਂ ਦੇਖੋ ਉਸ ਕੇਸ ਦੇ ਵਿੱਚ ਵੀ ਜੋ ਹੋ ਰਿਹਾ ਹੈ ਉਹ ਸਾਡੀ ਹੀ ਫਾਈਂਡਿੰਗ ਹੈ, ਉਹ ਵੀ ਫਾਈਂਡਿੰਗ ਅਸੀਂ ਦਿੱਤੀ ਸੀ। ਠੀਕ ਹੈ, ਕੰਟਰੋਵਰਸੀਅਲ ਕੇਸ ਹੈ, ਲੇਕਿਨ ਤੁਹਾਨੂੰ ਵੀ ਲੋਕੀ ਕਹਿ ਸਕਦੇ ਨੇ ਕਿ ਇਹ ਵੀ ਬੰਦਾ ਕੰਟਰੋਵਰਸੀਅਲ ਹੈ। ਲੇਕਿਨ ਜਦੋਂ ਉਹ ਅਦਾਲਤ ਦੇ ਵਿੱਚ ਜਾਵੇ ਨਾ ਸੁਣਵਾਈ ਵਾਸਤੇ, ਟ੍ਰਾਇਲ ਵਾਸਤੇ, ਤਾਂ ਉੱਥੇ ਲੱਗੇ ਕਿ ਹਾਂ ਇਸ ਤਫਤੀਸ਼ ਦੇ ਵਿੱਚ ਦਮ ਹੈ।
ਤਾਂ ਹੀ ਮੈਂ ਬਾਰ-ਬਾਰ ਰਿਪੀਟ ਕਰਦਾ ਹਾਂ ਕਿ ਜੋ ਕੋਟਕਪੂਰਾ फायरिंग केस है बेशक वो रिपोर्ट खारिज हो गई जी। रिपोर्ट खारिज नहीं हुई, रिपोर्ट खारिज ਤਾਂ ਹੁੰਦੀ ਜਦੋਂ ਮਾਨਯੋਗ ਸੈਸ਼ਨ ਅਦਾਲਤ ਤੋਂ पूरी रिपोर्ट जो आज 7000 कहा जा रहे हैं ना, साडा तो कई 7000 हो जाएगा जी, 50-60,000 ਪੰਨੇ ਉਹਦੇ ਹੋਣਗੇ। ਉਹ ਤੁਸੀਂ ਲਿਆ ਕੇ ਮੰਨ ਜੋ ਹਾਈ ਕੋਰਟ ਦੇ ਵਿੱਚ ਉਹਦੇ ਉੱਤੇ ਬਹਿਸ ਕਰ ਲੈਂਦੇ। ਫਿਰ ਮੈਂ ਕਹਿੰਦਾ ਕਿ ਹਾਂ ਉਹ ਸਾਡੀ ਰਿਪੋਰਟ ਤੇ ਤਾਂ ਬਹਿਸ ਹੀ ਨਹੀਂ ਹੋਈ। ਉਹ ਕੁੰਵਰ ਵਿਜੇ ਪ੍ਰਤਾਪ ਦੀ ਸ਼ਕਲ ਤੇ ਬਹਿਸ ਹੋਈ ਕਿ ਇਹਨਾਂ ਦਾ ਨੱਕ ਟੇੜਾ ਹੈ ਤੇ ਇਹਨਾਂ ਦੇ ਅੱਖ ਇਸ ਤਰ੍ਹਾਂ ਦਾ ਹੈ ਜੀ। ਇਹ ਬਹਿਸ ਦਾ ਸਬਜੈਕਟ ਮੈਟਰ ਹੀ ਇਹੀ ਰਹਿੰਦਾ ਸੀ। ਜਿਹੜੀ ਤੇ ਹੋਈ ਉਹ ਤੁਸੀਂ ਬਚਾ ਲਈ ਬਾਈਬਲ ਕਰਾ। ਤਾਂ ਹੀ ਮੈਂ ਬਾਰ-ਬਾਰ ਉਸੇ ਦਿਨ ਤੋਂ 9 ਤਾਰੀਖ ਤੋਂ ਹੀ ਚੈਲੰਜ, ਔਰ ਅੱਜ ਹੀ ਮੇਰਾ ਚੈਲੰਜ ਹੈ ਕਿ ਕਿਸੇ ਦੇ ਵਿੱਚ ਜੇਕਰ ਦਮ ਹੈ ਤਾਂ ਇੱਕ ਲਾਈਨ ਗਲਤ ਉਹਦੇ ਵਿੱਚ ਕੁਝ ਹੋਵੇ ਤਾਂ ਮੈਨੂੰ ਦਿਖਾ ਦੇਵੇ ਜੀ, ਮੈਨੂੰ ਦਿਖਾ ਦੇਵੇ। ਮੈਂ ਬਬਲ ਕਲਾ ਦੇ ਵਿੱਚ ਵੀ 14 ਅਕਤੂਬਰ 2022 ਨੂੰ ਵੀ ਇਹ ਗੱਲ ਕੀਤੀ। ਤੁਸੀਂ ਇੱਕ ਲਾਈਨ ਗਲਤ ਦਿਖਾਓ। ਮੈਂ ਮਾਨਯੋਗ ਸਪੀਕਰ ਸਾਹਿਬ ਨੂੰ ਵੀ ਇਹ ਗੱਲ ਕੀਤੀ ਕਿ ਅਸੈਂਬਲੀ ਦੇ ਵਿੱਚ ਬਹਿਸ ਕਰੋ, ਇੱਕ ਲਾਈਨ ਗਲਤ ਹੋਵੇ ਇਸਤੀਫਾ ਪਹਿਲਾਂ ਮੇਰਾ ਲੈ ਕੇ ਰੱਖੋ, ਬਾਅਦ ਦੇ ਵਿੱਚ ਮਨਜ਼ੂਰ ਕਰ ਲੈਣਾ। ਲੇਕਿਨ ਇੱਕ ਲਾਈਨ ਵੀ ਕਿਸੇ ਨੇ ਗਲਤ ਉਹਦੇ ਵਿੱਚ ਨਹੀਂ ਅੱਜ ਤੱਕ ਕੋਈ ਕੱਟ ਨਹੀਂ ਸਕਿਆ। ਤਾਂ ਗੱਲ ਕੀ ਹੁੰਦੀ ਹੈ ਕਿ ਜਦੋਂ ਤਫਤੀਸ਼ ਕਰਨੀ ਹੈ ਤਾਂ ਉਹ ਕਾਨੂੰਨ ਦੇ ਮੁਤਾਬਿਕ ਕਰਨੀ ਹੁੰਦੀ ਹੈ, ਠੀਕ ਹੈ, ਸੰਵਿਧਾਨ ਦੇ ਮੁਤਾਬਿਕ, CRPC ਦੇ ਮੁਤਾਬਿਕ। ਪੰਜਾਬ ਪੁਲਿਸ ਰੂਲ ਦੇ ਵਿੱਚ ਕਲੀਅਰ ਕੱਟ ਹੈ। ਪੰਜਾਬ ਪੁਲਿਸ ਰੂਲ ਦਾ ਜੋ ਵੋਲੂਮ 3 ਹੈ ਉਹ ਤਫਤੀਸ਼ ਨੂੰ ਹੀ ਡੀਲ ਕਰਦਾ ਹੈ। ਅੱਜ ਦੇ ਅਫਸਰਾਂ ਨੂੰ ਪੁੱਛੋਗੇ ਕੋਈ ਤੁਹਾਨੂੰ ਮਤਲਬ ਉਹਦੇ ਬਾਰੇ ਜਾਣਕਾਰੀ ਵੀ ਨਹੀਂ ਹੈ। ਅੱਛਾ, ਹੁਣ ਆਪਾਂ ਪਿੱਛੇ ਵਾਪਸ ਜਾਈਏ ਪਹਿਲੇ ਵਾਲੇ ਸਵਾਲ ਤੇ। ਹੁਣ ਰਾਹੁਲ ਗਾਂਧੀ ਜੀ ਕੋਲੇ ਰਾਹ ਹੈ ਜਾਂ ਫਿਰ ਹੁਣ 24 ਦੇ ਵਿੱਚ ਹੀ ਇਲੈਕਸ਼ਨ ਲੜਨੀ ਪਊਗੀ? ਔਰ ਦੂਜੀ ਗੱਲ ਇਹ ਹੈ, ਜੇ ਉਹਨਾਂ ਨੂੰ ਰਿਲੀਫ ਹੁਣ ਮਿਲੀ ਹੈ ਜਾਂ ਜ਼ਮਾਨਤ ਜੀ ਉਹਨਾਂ ਨੂੰ ਮਿਲੀ ਹੈ ਤਾਂ ਕੀ ਉਹ ਫਿਰ ਹੁਣ 2024 ਦੇ ਵਿੱਚ ਇਲੈਕਸ਼ਨ ਲੜ ਸਕਣਗੇ ਜਾਂ ਨਹੀਂ? ਨਹੀਂ, ਦੇਖੋ ਜੋ ਅੱਜ ਦੀ ਤਾਰੀਖ ਦੇ ਵਿੱਚ ਜੋ ਪੋਜੀਸ਼ਨ ਹੈ, ਜੋ ਕਾਨੂੰਨ ਕਹਿੰਦਾ ਹੈ, ਜੋ ਸਾਡਾ ਸੰਵਿਧਾਨ ਕਹਿੰਦਾ ਹੈ, ਉਹ ਡਿਸਕੁਆਲੀਫਾਈ ਹੋ ਚੁੱਕੇ ਨੇ ਜੀ। ਹੁਣ ਇੱਕ ਰਾਹ ਜ਼ਰੂਰ ਹੈ ਕਿ ਹਾਈ ਕੋਰਟ ਦੇ ਵਿੱਚ ਜਾਂਦੇ ਨੇ, ਹੋ ਸਕਦਾ ਹੈ ਕਿਉਂਕਿ ਹਾਈ ਕੋਰਟ ਦੇ ਕੋਲ ਆਰਟੀਕਲ 226 ਦੇ ਤਹਿਤ ਬਹੁਤ ਪਾਵਰਾਂ ਨੇ ਜੀ। ਤਾਂ ਹੋ ਸਕਦਾ ਹੈ ਕਿ ਜੇਕਰ ਚੰਗੇ ਤਰੀਕੇ ਦੇ ਨਾਲ ਉਹ ਉਸ ਮੈਟਰ ਨੂੰ ਪ੍ਰੋਡਿਊਸ ਕਰਦੇ ਨੇ ਜਾਂ ਡਾਇਰੈਕਟ ਜਾਂ ਆਪਣੇ ਵਕੀਲ ਦੇ ਰਾਹੀਂ, ਤਾਂ ਉਹਨਾਂ ਦੀ ਮੈਂਬਰਸ਼ਿਪ ਬਹਾਲ ਵੀ ਹੋ ਸਕਦੀ ਹੈ। ਹਾਈ ਕੋਰਟ ਇੱਕ ਰਾਸਤਾ ਹੈ। ਦੂਸਰਾ ਸੁਪਰੀਮ ਕੋਰਟ ਹੈ। ਜੇਕਰ ਉੱਥੇ ਵੀ ਇਨਸਾਫ ਨਹੀਂ, ਮਤਲਬ ਇਨਸਾਫ ਤਾਂ ਅਸੀਂ ਨਹੀਂ ਕਹਾਂਗੇ, ਮਤਲਬ ਰਿਲੀਫ ਉੱਥੇ ਨਹੀਂ ਮਿਲਦੀ ਹੈ, ਸੁਪਰੀਮ ਕੋਰਟ ਵੀ ਜਾ ਸਕਦੇ ਨੇ। ਤਾਂ ਇਹ ਵੀ ਮਤਲਬ ਕਨਫਰਮ ਨਹੀਂ ਕਿਹਾ ਜਾ ਸਕਦਾ ਹੈ ਕਿ ਉੱਥੋਂ ਮਿਲ ਜਾਏਗਾ। ਤੁਸੀਂ ਆਪਣਾ ਕੇਸ ਪ੍ਰੈਜ਼ੈਂਟ ਕਰੋ, ਇਹ ਤਾਂ ਅਦਾਲਤ ਦੀ ਮਰਜ਼ੀ ਹੈ ਜੀ ਕਿ ਉਹ ਸਬੂਤ ਦੇ ਆਧਾਰ ਤੇ ਜਾਂ ਸਰਕਮਸਟੈਂਸਸ ਨੂੰ ਵੇਖਦੇ ਹੋਏ, ਮਤਲਬ ਇੱਕ ਰਾਹਤ ਦੀ ਤੁਸੀਂ ਗੱਲ ਕੀਤੀ, ਇਹ ਜ਼ਰੂਰ ਇੱਕ ਰਾਹ ਹੈ। ਦੂਸਰਾ, ਜੋ ਅੱਜ ਦੀ ਤਾਰੀਖ ਦੇ ਵਿੱਚ ਜੋ ਪੋਜੀਸ਼ਨ ਹੈ, ਜੋ 23 ਤਾਰੀਖ ਨੂੰ ਸਜ਼ਾ ਹੋ ਰਹੀ ਹੈ, 24 ਨੂੰ ਡਿਸਕੁਆਲੀਫਿਕੇਸ਼ਨ ਹੋ ਰਿਹਾ ਹੈ, ਫਿਰ ਮਕਾਨ ਖਾਲੀ ਕਰਨ ਦਾ ਵੀ ਚਲਾ ਜਾ ਰਿਹਾ ਹੈ। ਦੇਖੋ, ਰਾਜਨੀਤੀ ਦੇ ਵਿੱਚ ਥੋੜਾ ਸਾ ਪੇਸ਼ੈਂਸ ਜ਼ਰੂਰ ਸਾਰਿਆਂ ਨੂੰ ਰੱਖਣਾ ਚਾਹੀਦਾ ਹੈ। ਠੀਕ ਹੈ, ਇਹ ਜ਼ਰੂਰ ਹੈ ਕਿ 1 ਮਹੀਨੇ ਦਾ ਟਾਈਮ ਹੁੰਦਾ ਹੈ। ਠੀਕ ਹੈ, 1 ਮਹੀਨਾ ਲੰਘ ਜਾਵੇ ਨਾ, ਫਿਰ ਨੋਟਿਸ ਦਿਓ। ਬਿਲਕੁਲ, ਫਿਰ ਨੋਟਿਸ ਦਿਓ। ਮੈਂ ਬਿਲਕੁਲ ਦੇਖੋ ਪੋਲਿਟਿਕਸ ਤੋਂ ਪਰੇ ਹੋ ਕੇ ਇਹ ਗੱਲ ਕਰ ਰਹੀ ਹਾਂ। ਨੋਟਿਸ ਦਿਓ ਤੁਸੀਂ ਜ਼ਰੂਰ। ਜੇਕਰ 1 ਮਹੀਨਾ ਲੰਘ ਜਾਵੇ ਨਾ, ਅਗਲਾ ਨਹੀਂ ਖਾਲੀ ਕਰਦਾ ਹੈ ਨਾ, ਫਿਰ ਤੁਸੀਂ ਫਿਰ ਤੇ ਇਸ ਦੇ ਨਾਲ ਕੀ ਹੁੰਦਾ ਹੈ, ਲੱਗਦਾ ਹੈ ਕਿ ਹਾਂ ਇਹਦੇ ਮਗਰ ਹੀ ਇਹਦੇ ਮਤਲਬ ਹੁੰਦਾ ਹੈ ਨਾ ਕਿ ਪਿੱਛੇ ਪੈ ਗਏ ਲੋਕ। ਠੀਕ ਹੈ ਨਾ, ਤਾਂ ਇਹ ਨਹੀਂ ਹੋਣਾ ਚਾਹੀਦਾ ਹੈ ਰਾਜਨੀਤੀ ਦੇ ਵਿੱਚ। ਇਹਦੇ ਨਾਲ ਸਿੰਪੈਥੀ ਵੀ ਮਿਲ ਸਕਦੀ ਹੈ ਰਾਹੁਲ ਗਾਂਧੀ ਨੂੰ। ਦੇਖੋ, ਸਿੰਪੈਥੀ 2024 ਦੇ ਵਿੱਚ ਦੇਖੋ ਇਹਦੇ ਰੂਲ ਦੇ ਵਿੱਚ ਕੀ ਹੈ ਕਿ ਸਜ਼ਾ ਪੂਰੀ ਕਰੋ, ਫਿਰ ਕੁਝ ਸਮਾਂ ਹੁੰਦਾ ਹੈ 6 ਸਾਲ ਦਾ, ਉਹ ਇੱਕ ਕੂਲਿੰਗ ਆਫ ਪੀਰੀਅਡ ਹੁੰਦਾ ਹੈ। ਫਿਰ ਤੁਸੀਂ ਜੇਕਰ ਮੰਨ ਲਓ ਰਿਲੀਫ ਨਹੀਂ ਮਿਲਦੀ ਹੈ ਉੱਪਰਲੀ ਅਦਾਲਤ ਤੋਂ, ਤਾਂ 2024 ਦਾ ਇਲੈਕਸ਼ਨ ਲੜ ਨਹੀਂ ਸਕਦੇ। ਚੋਣ ਪ੍ਰਚਾਰ ਜ਼ਰੂਰ ਕਰ ਸਕਦੇ ਨੇ, ਲੇਕਿਨ ਉਹ ਲੜ ਨਹੀਂ ਸਕਦੇ। ਜੋ ਸਾਡਾ ਕਾਨੂੰਨ ਕਹਿੰਦਾ ਹੈ, ਉਸ ਕਾਨੂੰਨ ਦੇ ਮੁਤਾਬਿਕ 2024 ਦਾ ਇਲੈਕਸ਼ਨ ਨਹੀਂ ਲੜ ਪਾਉਂਦੇ। ਜਿਸ ਤਰ੍ਹਾਂ ਲਾਲੂ ਯਾਦਵ ਜੀ ਦਾ ਕੇਸ ਆਇਆ ਸੀ, ਠੀਕ ਹੈ, ਉਹ ਚੋਣ ਪ੍ਰਚਾਰ ਜ਼ਰੂਰ ਕਰ ਸਕਦੇ ਨੇ, ਲੇਕਿਨ ਆਪ ਚੋਣ ਨਹੀਂ ਲੜ ਸਕਦੇ। ਤਾਂ ਇੱਕ ਚੀਜ਼ ਮੈਂ ਤੁਹਾਨੂੰ ਹੋਰ ਦੱਸਣਾ ਚਾਹੂੰਗਾ ਜੀ, ਜੋ ਰਾਹੁਲ ਗਾਂਧੀ ਜੀ ਦੀ ਲੀਡਰਸ਼ਿਪ ਕੁਆਲਿਟੀ ਹੈ, ਜਾਂ ਜੋ ਕਿਉਂ ਮੈਂ ਉਹਨਾਂ ਨੂੰ ਲੀਡਰ ਨਹੀਂ ਮੰਨਦਾ, ਕਿਉਂਕਿ ਉਹਨਾਂ ਦੇ ਅੰਦਰ ਲੀਡਰਸ਼ਿਪ ਕੁਆਲਿਟੀ ਨਹੀਂ ਹੈ। ਉਹਨਾਂ ਦੀ ਇੱਕ ਚੋਣ ਹੁੰਦੀ ਹੈ ਨਾ, ਕਹਿਣ ਦਾ ਭਾਵ ਵੀ ਆਹ ਬੰਦਾ। ਮੈਂ ਇੱਕ ਸੀਰੀਅਸ ਗੱਲ ਮਤਲਬ ਤੁਹਾਨੂੰ ਦੱਸਣਾ ਚਾਹੂੰਗਾ ਕਿ 2013 ਦੇ ਵਿੱਚ ਜਦੋਂ ਅਦਾਲਤ ਦਾ, ਸੁਪਰੀਮ ਕੋਰਟ ਦਾ ਲਿਲੀ ਥੋਮਸ ਦਾ ਫੈਸਲਾ ਆ ਗਿਆ, ਠੀਕ ਹੈ, ਉਸ ਤੋਂ ਬਾਅਦ ਕਾਂਗਰਸ ਲੀਡਰਸ਼ਿਪ ਨੇ ਇਹ ਡਿਸਾਈਡ ਕੀਤਾ ਕਿ ਉਸ ਫੈਸਲੇ ਨੂੰ ਨਜ਼ਰਅੰਦਾਜ਼ ਕਰਨ ਵਾਸਤੇ
ਇੱਕ ਕਾਨੂੰਨ ਬਣਾ ਦਿੱਤਾ ਜਾਵੇ ਪਾਰਲੀਮੈਂਟ ਦੇ ਵਿੱਚ ਕਿ ਜੋ ਪੁਰਾਣਾ ਕਾਨੂੰਨ ਸੀਗਾ ਉਸ ਨੂੰ ਦੁਬਾਰਾ ਪਾਸ ਕਰ ਦਿੱਤਾ ਜਾਵੇ ਤਾਂ ਜੋ ਮਾਨਯੋਗ ਸੁਪਰੀਮ ਕੋਰਟ ਦਾ ਜਿਹੜਾ ਫੈਸਲਾ ਹੈ ਉਹਦਾ ਅਸਰ ਨਾ ਪਵੇ। ਤੁਸੀਂ ਦੇਖੋ ਡਾਕਟਰ ਮਨਮੋਹਨ ਸਿੰਘ ਪ੍ਰਾਈਮ ਮਿਨਿਸਟਰ ਹੁੰਦੇ ਸਨ ਜੀ, ਉਹਦਾ ਇਹ ਕਿਹਾ ਜਾ ਰਿਹਾ ਸੀ ਕਿ ਲਾਲੂ ਯਾਦਵ ਜੀ ਦੇ ਦਬਾਅ ਹੇਠ ਸੋਨੀਆ ਗਾਂਧੀ ਜੀ ਇਹ ਆਰਡੀਨੈਂਸ ਦੇ ਰਾਹੀਂ ਅਧਿਆਦੇਸ਼ ਦੇ ਰਾਹੀਂ ਉਹ ਕਾਨੂੰਨ ਲਾਗੂ ਕਰਵਾ ਰਹੇ। ਠੀਕ, ਡਾਕਟਰ ਮਨਮੋਹਨ ਸਿੰਘ ਜੀ ਪ੍ਰਾਈਮ ਮਿਨਿਸਟਰ ਹੁੰਦੇ ਸੀਗੇ, ਫੈਸਲਾ ਤਾਂ ਕੀਤਾ ਕਾਂਗਰਸ ਲੀਡਰਸ਼ਿਪ ਨੇ, ਤਾਂ ਹੀ ਪ੍ਰਾਈਮ ਮਿਨਿਸਟਰ ਅਧਿਆਦੇਸ਼ ਹੁੰਦਾ ਕੀ ਹੈ ਆਰਡੀਨੈਂਸ ਕਿ ਪਾਰਲੀਮੈਂਟ ਦਾ ਸੈਸ਼ਨ ਬਾਅਦ ਦੇ ਵਿੱਚ ਹੋਣਾ ਹੈ, ਕਾਨੂੰਨ ਬਣਾ ਕੇ ਪ੍ਰੈਜ਼ੀਡੈਂਟ ਸਾਹਿਬ ਦੀ ਮਨਜ਼ੂਰੀ ਲੈ ਕੇ ਤੁਰੰਤ ਲਾਗੂ ਕਰ ਦੋ, ਬਾਅਦ ਦੇ ਵਿੱਚ ਪਾਰਲੀਮੈਂਟ ਵੱਲੋਂ ਉਹ ਪਾਸ ਹੁੰਦਾ ਰਹੇਗਾ ਜੀ। ਤੇ ਜਦੋਂ ਆਰਡੀਨੈਂਸ ਤਿਆਰ ਹੋ ਗਿਆ, ਆਰਡੀਨੈਂਸ ਦੇ ਉੱਤੇ ਐਸੇ ਹੀ ਪਬਲਿਕ ਦੇ ਵਿੱਚ ਜਦੋਂ ਬਹਿਸ ਚੱਲ ਰਹੀ ਸੀਗੀ ਤੇ ਇੱਕ ਦਿਨ ਰਾਹੁਲ ਗਾਂਧੀ ਜੀ ਨੇ ਕੀ ਕੀਤਾ ਕਿ ਆਰਡੀਨੈਂਸ ਦੀ ਕਾਪੀ ਲੈ ਕੇ ਪ੍ਰੈਸ ਕਲੱਬ ਦਿੱਲੀ ਦੇ ਵਿੱਚ ਉਹਨੂੰ ਪਾੜ ਕੇ ਤੇ ਇਸ ਤਰੀਕੇ ਦੇ ਨਾਲ ਪੈਰਾਂ ਦੇ ਨਾਲ ਕੁਚਲ ਦਿੱਤਾ ਤੇ ਫਿਰ ਅੱਗ ਲਗਾ ਦਿੱਤੀ ਉਹਨਾਂ ਨੇ। ਦੁੱਖ ਕਿਸ ਨੂੰ ਹੋਇਆ? ਡਾਕਟਰ ਮਨਮੋਹਨ ਸਿੰਘ ਜੀ ਨੂੰ। ਡਾਕਟਰ ਮਨਮੋਹਨ ਸਿੰਘ ਜੀ ਕਾਂਗਰਸ ਲੀਡਰਸ਼ਿਪ ਦੇ ਕਹਿਣ ਤੇ ਕਰ ਰਹੇ ਸੀਗੇ, ਇਹ ਵਾਈਸ ਪ੍ਰੈਜ਼ੀਡੈਂਟ ਸੀਗੇ, ਪ੍ਰੈਜ਼ੀਡੈਂਟ ਇਹਨਾਂ ਦੀ ਮਦਰ ਸੋਨੀਆ ਗਾਂਧੀ ਜੀ ਹੁੰਦੇ ਸਨ। ਉਦੋਂ ਜੋ ਮੈਨੂੰ ਪਤਾ ਲੱਗਿਆ ਉਦੋਂ ਕਿ ਉਹਨਾਂ ਨੇ ਡਾਕਟਰ ਮਨਮੋਹਨ ਸਿੰਘ ਜੀ ਨੇ ਇਸਤੀਫੇ ਦੀ ਪੇਸ਼ਕਸ਼ ਕਰ ਦਿੱਤੀ ਸੀ। ਠੀਕ ਹੈ ਕਿ ਨਹੀਂ? ਕਿਉਂਕਿ ਉਹਨਾਂ ਦੇ ਮਨ ਦੇ ਵਿੱਚ ਦੁੱਖ ਹੋਇਆ, ਕਿਉਂਕਿ ਇਹ ਜਿਹੜਾ ਆਰਡੀਨੈਂਸ ਹੈ ਕਾਂਗਰਸ ਲੀਡਰਸ਼ਿਪ ਦੇ ਕਹਿਣ ਤੇ ਹੀ ਉਹ ਲੈ ਕੇ ਆ ਰਹੇ। ਬਿਲਕੁਲ ਠੀਕ ਹੈ, ਆਪ ਤਾਂ ਕੁਝ ਕਰਦੇ ਹੀ ਨਹੀਂ ਸੀ ਵਿਚਾਰੇ। ਇੱਕ ਦੇਖੋ ਇਮੈਚੁਰ ਜੇਕਰ ਠੀਕ ਹੈ ਆਰਡੀਨੈਂਸ ਤੁਹਾਨੂੰ ਮਤਲਬ ਠੀਕ ਨਹੀਂ ਲੱਗ ਰਿਹਾ ਹੈ, ਤੁਸੀਂ ਆਪਣੀ ਪਾਰਟੀ ਦੇ ਅੰਦਰ ਵਿਚਾਰ ਕਰੋ, ਉੱਥੇ ਤੁਸੀਂ ਕਹੋ, ਉੱਥੇ ਕਹੋ ਕਿ ਹਾਂ ਜੀ ਆਰਡੀਨੈਂਸ ਨਹੀਂ ਲੈ ਕੇ ਆਉਣਾ ਹੈ। ਇਹ ਪਾਰਟੀ ਲੈਵਲ ਤੇ ਕਰੋ, ਪਬਲਿਕ ਦੇ ਵਿੱਚ, ਉਹ ਵੀ ਪ੍ਰੈਸ ਦੇ ਸਾਹਮਣੇ, ਪ੍ਰੈਸ ਕਲੱਬ ਦੇ ਵਿੱਚ ਤੁਸੀਂ ਕਹਿ ਰਹੇ ਹੋ ਕਿ ਦਿਸ ਇਜ਼ ਨੌਨਸੈਂਸ, ਦਿਸ ਇਜ਼ ਨੌਨਸੈਂਸ, ਦਿਸ ਇਜ਼ ਨਾਟ ਅ ਲਾਅ, ਦਿਸ ਇਜ਼ ਨੌਨਸੈਂਸ, ਇਸ ਤਰੀਕੇ ਦੀ ਸ਼ਬਦਾਵਲੀ ਉਹਨਾਂ ਨੇ ਇਸਤੇਮਾਲ ਕੀਤੀ। ਠੀਕ ਹੈ, ਮੈਂ ਇਸ ਕਰਕੇ ਕਿਉਂਕਿ ਮੈਂ ਹਰ ਚੀਜ਼ ਦਾ ਰੱਖਦਾ ਹਾਂ, ਕਿਉਂਕਿ ਮਤਲਬ ਲਿਖਦੇ ਰਹਿੰਦਾ ਹਾਂ ਤੇ ਜਦੋਂ ਮੇਰੇ ਕੋਲ ਮਟੀਰੀਅਲ ਹੋ ਜਾਂਦਾ ਹੈ ਮੈਂ ਕਿਤਾਬ ਵੀ ਛਪਵਾ ਲੈਂਦਾ ਹਾਂ। ਜਿਸ ਤਰ੍ਹਾਂ ਉਹ ਡਿਸਕੁਆਲੀਫਿਕੇਸ਼ਨ ਤੇ 2018 ਦੇ ਵਿੱਚ ਮੇਰੀ ਕਿਤਾਬ ਛਪੀ ਸੀ ਔਰ ਉਹ ਪੰਜਾਬ ਵਿਧਾਨ ਸਭਾ ਦੇ ਵਿੱਚ ਹੀ ਉਦੋਂ ਰਿਲੀਜ਼ ਹੋਈ ਸੀਗੀ, ਸਪੀਕਰ ਸਾਹਿਬ ਨੇ ਰਿਲੀਜ਼ ਕੀਤੀ। ਤੇ ਇਹ ਹੈ ਨਾ ਕਿ ਦੇਖੋ ਇੱਕ ਪ੍ਰਾਈਮ ਮਿਨਿਸਟਰ ਹੈ ਜੀ, ਇੰਟੈਲੈਕਚੁਅਲ ਪ੍ਰਾਈਮ ਮਿਨਿਸਟਰ ਹੈ, ਇੰਟੈਲੈਕਚੁਅਲ ਪ੍ਰਾਈਮ ਮਿਨਿਸਟਰ। ਠੀਕ ਹੈ, ਔਰ ਉਸ ਦੀ ਬੇਇੱਜ਼ਤੀ ਤੁਸੀਂ ਸੜਕ ਸਰੇਆਮ ਕਰ ਰਹੇ ਹੋ। ਬਿਲਕੁਲ ਕਿ ਇਹ ਨੌਨਸੈਂਸ ਹੈ ਜੀ, ਨੌਨਸੈਂਸ, ਇਹੀ ਸ਼ਬਦ ਉਹਨਾਂ ਨੇ ਯੂਜ਼ ਕੀਤਾ ਸੀ। ਠੀਕ ਹੈ, ਤੇ ਇਸ ਕਰਕੇ ਦੇਖੋ ਨਹੀਂ ਲੋੜ ਹੈ ਆਰਡੀਨੈਂਸ ਦੀ ਤਾਂ ਤੁਸੀਂ ਪਾਰਟੀ ਲੈਵਲ ਤੇ ਗੱਲ ਕਰਕੇ ਤੁਸੀਂ ਗੱਲ ਕਰ ਸਕਦੇ ਹੋ। ਠੀਕ ਹੈ ਜੀ, ਅੱਜ ਦੇਖੋ ਕਈ ਅਖਬਾਰਾਂ ਦੇ ਵਿੱਚ ਵੀ ਆਇਆ ਹੈ ਕਿ ਜੇਕਰ ਉਹ ਆਰਡੀਨੈਂਸ ਪਾਸ ਹੋ ਗਿਆ ਹੁੰਦਾ ਤਾਂ ਰਾਹੁਲ ਗਾਂਧੀ ਨੂੰ ਡਿਸਕੁਆਲੀਫਾਈ ਨਹੀਂ ਹੋਣਾ ਪੈਂਦਾ ਜੀ। ਤੇ ਇਹ ਕਿਹਾ ਜਾਂਦਾ ਹੈ ਨਾ ਕਿ ਮਨੁੱਖ ਆਪਣੇ ਭਾਗਯ ਦਾ ਨਿਰਮਾਤਾ ਸਵयं ਹੈ। ਬਿਲਕੁਲ, ਤਾਂ ਉਦੋਂ ਹੀ ਇਹਨਾਂ ਨੇ ਦਿਲ ਦੁਖਾਇਆ ਡਾਕਟਰ ਮਨਮੋਹਨ ਸਿੰਘ ਜੀ ਦਾ ਔਰ ਉਸ ਦਾ ਖਾਮਿਆਜਾ ਇਹਨਾਂ ਨੂੰ ਅੱਜ ਭੁਗਤਣਾ ਪਿਆ। ਅੱਜ ਭੁਗਤਣਾ, ਕਿਉਂਕਿ ਉਹ ਆਰਡੀਨੈਂਸ ਖੁਦ ਆਰਡੀਨੈਂਸ ਪਾਸ ਹੋ ਜਾਂਦਾ ਤਾਂ ਡਿਸਕੁਆਲੀਫਿਕੇਸ਼ਨ ਦੀ ਨੌਬਤ ਨਹੀਂ ਆਉਣੀ ਸੀ। ਥੋੜਾ ਦਰਸ਼ਕਾਂ ਨੂੰ ਸਮਝਾਉਂਗੇ ਕਿ ਉਸ ਦੇ ਵਿੱਚ ਕੀ ਕਿਹਾ ਗਿਆ ਸੀ, ਥੋੜਾ ਸੌਖੇ ਤਰੀਕੇ ਨਾਲ। ਕਿਸ ਚੀਜ਼ ਦੇ ਉਸ ਆਰਡੀਨੈਂਸ ਦੇ ਵਿੱਚ? ਆਰਡੀਨੈਂਸ ਇਹ ਸੀਗਾ ਕਿ ਜੋ ਇਹ ਡਿਸਕੁਆਲੀਫਿਕੇਸ਼ਨ ਦਾ ਜੋ ਪ੍ਰੋਵੀਜ਼ਨ ਆ ਗਿਆ ਸੀ, ਸੈਕਸ਼ਨ 8(4) ਰਿਪਰੈਜ਼ੈਂਟੇਸ਼ਨ ਆਫ ਪੀਪਲਸ ਐਕਟ ਨੂੰ ਮਾਨਯੋਗ ਸੁਪਰੀਮ ਕੋਰਟ ਨੇ ਅਨਕਨਸਟੀਟਿਊਸ਼ਨਲ ਡਿਕਲੇਅਰ ਕਰ ਦਿੱਤਾ ਸੀ। ਠੀਕ ਹੈ, ਤੇ ਉਸ ਨੂੰ ਉਸ ਆਰਡਰ ਦੇ ਪ੍ਰਭਾਵ ਨੂੰ ਖਤਮ ਕਰਨ ਵਾਸਤੇ ਇੱਕ ਤਰੀਕੇ ਦੇ ਨਾਲ 8(4) ਨੂੰ ਦੁਬਾਰਾ ਬਹਾਲ ਪਾਰਲੀਮੈਂਟ ਦੇ ਰਾਹੀਂ ਕਰਨਾ ਸੀ। 8(4) ਨੂੰ ਕਿ ਜੇਕਰ ਮੰਨ ਲਓ ਕੋਈ ਅਪੀਲ ਦੇ ਵਿੱਚ ਜਾਂਦਾ ਹੈ, 2 ਮਹੀਨੇ ਦਾ ਟਾਈਮ ਦੇ ਦਿਓ, 3 ਮਹੀਨੇ ਦਾ ਟਾਈਮ ਦੇ ਦਿਓ, ਉਸ ਦੌਰਾਨ ਜੇਕਰ ਉਹਨਾਂ ਨੂੰ ਅਦਾਲਤ ਤੋਂ ਕੋਈ ਰਿਲੀਫ ਮਿਲ ਗਿਆ ਹਾਈ ਕੋਰਟ ਤੋਂ ਜਾਂ ਸੁਪਰੀਮ ਕੋਰਟ ਤੋਂ, ਤਾਂ ਉਹਦੀ ਸਦੱਸਤਾ ਖਤਮ ਨਹੀਂ ਹੋਊਗੀ, ਉਹ ਡਿਸਕੁਆਲੀਫਾਈ ਨਹੀਂ ਹੋਊਗਾ। ਤੇ ਜੇਕਰ ਉਹ ਆਰਡੀਨੈਂਸ ਹੁੰਦਾ ਤਾਂ ਰਾਹੁਲ ਗਾਂਧੀ ਜਿਸ ਨੂੰ ਇਹਨਾਂ ਨੇ ਨੌਨਸੈਂਸ ਕਰਕੇ ਡਾਕਟਰ ਮਨਮੋਹਨ ਸਿੰਘ ਜੀ ਨੂੰ ਸੜਕ ਸਰੇਆਮ ਇੱਕ ਤਰੀਕੇ ਦੇ ਨਾਲ ਬੇਇੱਜ਼ਤ ਕੀਤੀ ਪ੍ਰਧਾਨ ਮੰਤਰੀ ਨੂੰ, ਉਹ ਜੇਕਰ ਆਰਡੀਨੈਂਸ ਅੱਜ ਲਾਗੂ ਰਹਿੰਦਾ ਤਾਂ ਡਿਸਕੁਆਲੀਫਾਈ ਨਹੀਂ ਹੁੰਦੇ। ਇਹਨਾਂ ਨੇ ਆਪ ਹੀ ਮਤਲਬ ਦੇਖੋ ਆਪ ਹੀ ਟੋਆ ਪੱਟ ਲਿਆ। ਠੀਕ ਹੈ, ਆਪਣਾ ਕਰਨਾ ਹੈ, ਆਰਡੀਨੈਂਸ ਦੀ ਲੋੜ ਨਹੀਂ ਹੈ। ਜਦ ਤੁਸੀਂ ਨਹੀਂ ਸਮਝਦੇ ਕਿ ਇਹ ਚੰਗਾ ਹੈ ਤਾਂ ਤੁਸੀਂ ਪਾਰਟੀ ਲੈਵਲ ਤੇ ਗੱਲ ਕਰਕੇ ਉਹ ਆਰਡੀਨੈਂਸ ਨੂੰ ਨਾ ਪਾਸ ਕਰਾਓ। ਤਾਂ ਜੋ ਐਰੋਗੈਂਸ ਹੈ ਨਾ ਜੀ, ਐਰੋਗੈਂਸ ਨਾ ਉੱਪਰ ਵਾਲਾ ਬਰਦਾਸ਼ਤ ਕਰਦਾ ਹੈ ਨਾ ਜਨਤਾ ਬਰਦਾਸ਼ਤ ਕਰਦੀ ਹੈ ਜੀ। ਪੋਲਿਟਿਕਸ ਦੇ ਵਿੱਚ ਪੋਲਿਟਿਕਸ ਦਾ ਰੂਲ ਹੈ ਕਿ ਜਨਤਾ ਐਰੋਗੈਂਸ ਨਹੀਂ ਬਰਦਾਸ਼ਤ ਕਰਦੀ। ਠੀਕ ਹੈ, ਜਨਤਾ ਚਾਹੁੰਦੀ ਹੈ ਕਿ ਉਹਦਾ ਲੀਡਰ ਸਟ੍ਰਿਕਟ ਹੋਵੇ,
ਉਹਦਾ ਲੀਡਰ ਸਿੰਸੀਅਰ ਹੁਣ ਹੋਵੇ। ਲੱਗਦਾ ਰਿਲੀਫ ਮਿਲੂ? ਦੇਖੋ ਹੁਣ ਤਾਂ ਦੇਖੋ ਕੋਰਟ ਤੇ ਹੀ ਹੈ। ਕੋਰਟ ਦੇ ਉੱਤੇ ਡਿਪੈਂਡ ਕਰਦਾ ਹੈ। ਤਾਂ ਮਤਲਬ ਇਹ ਪਹਿਲਾਂ ਹਾਈ ਕਹਾਂ ਕੋਰਟ ਕਿ ਜਾਣਗੇ, ਐਰੋਗੈਂਸ ਸੁਪਰੀਮ ਕੋਰਟ ਉਹਨਾਂ ਵੀ ਦਾ ਜਾ ਸਕਦੇ। ਆਪਣਾ ਐਰੋਗੈਂਸ ਹੀ ਰਾਹੁਲ ਗਾਂਧੀ ਦਾ ਦੇਖੋ ਅੱਜ ਜੋ ਹੋਇਆ ਹੈ ਡਿਸਕੁਆਲੀਫਿਕੇਸ਼ਨ, ਅਸੀਂ ਤੇ ਬੇਸ਼ੱਕ ਕਹਿ ਸਕਦੇ ਹਾਂ ਕਿ ਵੈਂਡੇਟਾ ਹੋ ਰਿਹਾ ਹੈ ਜੀ ਛੇਤੀ ਉਹ ਵੀ ਠੀਕ ਹੈ, ਇੰਨੀ ਛੇਤੀ ਨਹੀਂ ਕਰਨੀ ਚਾਹੀਦੀ ਸੀ, ਲੇਕਿਨ ਇਹਨਾਂ ਦਾ ਆਪਣਾ ਐਰੋਗੈਂਸ ਜੋ ਉਦੋਂ ਲੈਟ ਹੋ ਉਸ ਗਿਆ ਆਰਡੀਨੈਂਸ ਦੇ ਨਾਲ ਕੀਤਾ, ਡਾਕਟਰ ਮਨਮੋਹਨ ਸਿੰਘ ਜੀ ਦੇ ਨਾਲ ਕੀਤਾ, ਉਸ ਦਾ ਖਾਮਿਆਜ਼ਾ ਇਹ ਭੁਗਤ ਰਹੇ ਨੇ। ਇਸ ਕਰਕੇ ਪਬਲਿਕ ਲਾਈਫ ਦੇ ਵਿੱਚ, ਪੋਲਿਟਿਕਸ ਦੇ ਵਿੱਚ ਕਦੇ ਵੀ ਐਰੋਗੈਂਸ ਨਹੀਂ ਦਿਖਾਣਾ ਚਾਹੀਦਾ ਹੈ। ਠੀਕ ਹੈ, ਕੋਈ ਚੀਜ਼ ਸੁਣ ਕੇ, ਕੋਈ ਚੀਜ਼ ਦੇਖ ਕੇ ਕਈ ਵਾਰੀ ਹੁੰਦਾ ਹੈ ਕਿ ਮਨ ਦੇ ਵਿੱਚ ਮਤਲਬ ਥੋੜਾ ਸਾ ਉਹ ਆ ਜਾਂਦਾ ਹੈ, ਲੇਕਿਨ ਉਹ ਬਰਦਾਸ਼ਤ ਕਰਨ ਦਾ ਵੀ ਆਮਦਾ ਹੋਣਾ ਚਾਹੀਦਾ ਲੋਕਾਂ ਦੇ। ਪੋਲੀਟੀਸ਼ੀਅਨ ਜਦੋਂ ਬਣ ਗਏ ਤਾਂ ਤੁਸੀਂ ਦੋ ਗੱਲ ਸੁਣਾ ਰਹੇ ਹੋ ਤਾਂ ਦੋ ਗੱਲ ਸੁਣਨ ਦਾ ਵੀ ਤੁਸੀਂ ਜ਼ਰੂਰ ਰੱਖੋ, ਹੋਣਾ ਚਾਹੀਦਾ। ਇਹ ਗੱਲ ਹੈ ਜੀ। ਬਿਲਕੁਲ ਸਰ, ਤੁਸੀਂ ਕੀਮਤੀ ਸਮਾਂ ਦਿੱਤਾ, ਤੁਹਾਡਾ ਬਹੁਤ ਬਹੁਤ ਥੈਂਕ ਯੂ ਜੀ, ਥੈਂਕ ਯੂ। ਤਾਂ ਇਹ ਸਨ ਕੁੰਵਰ ਵਿਜੇ ਪ੍ਰਤਾਪ ਸਿੰਘ ਜੀ, ਜਿਨ੍ਹਾਂ ਨੇ ਇਸ ਅਹਿਮ ਮਸਲੇ ਦੇ ਉੱਪਰ ਕਾਨੂੰਨੀ ਤੌਰ ਤੇ ਸਾਨੂੰ ਸਮਝਾਇਆ ਕਿ ਇਹ ਕਿਸ ਤਰੀਕੇ ਦੇ ਨਾਲ ਰਾਹੁਲ ਗਾਂਧੀ ਜਿਹੜੇ ਆ ਖੁਦ ਹੀ ਇਸ ਦੇ ਵਿੱਚ ਫਸੇ, ਔਰ ਇਹ ਸਹੀ ਹੈ ਜਾਂ ਨਹੀਂ, ਇਸ ਵਿਸ਼ੇ ਤੇ ਵੀ ਸਾਡੇ ਨਾਲ ਉਹਨਾਂ ਨੇ ਗੱਲਬਾਤ ਕੀਤੀ ਹੈ। ਉਮੀਦ ਕਰਦੇ ਹਾਂ ਕਿ ਕੁੰਵਰ ਸਾਹਿਬ ਹੋਰਾਂ ਦੇ ਵੱਲੋਂ ਦਿੱਤੀ ਇਹ ਪੂਰੀ ਜਾਣਕਾਰੀ ਜਿਹੜੀ ਹੈ ਤੁਹਾਨੂੰ ਜ਼ਰੂਰ ਪਸੰਦ ਆਈ ਹੋ। ਦੁਬਾਰਾ ਫਿਰ ਮਿਲਾਂਗੇ, ਧੰਨਵਾਦ।